पंजाब के गुरुद्वारिਆਂ ਦੇ ਵਿੱਚ ਕੀਤੀ ਗਈ ਸਮੂਹਿਕ ਅਰਦਾਸ 1947 ਚ ਵੰਡ ਵੇਲੇ ਮਾਰੇ ਗਏ ਲੋਕਾਂ ਨੂੰ ਕੀਤਾ ਯਾਦ। ਜਥੇਦਾਰ ਬੋਲੇ ਭਾਰਤ ਅਤੇ ਪਾਕਿਸਤਾਨ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਜਾਨ ਗਵਾਉਣ ਵਾਲਿਆਂ ਲਈ ਲੈ ਕੇ ਆਉਣ ਮਤਾ। जेल तो बाहर आने से अज विक्रम मजीठिया का शक्ति प्रदर्शन थोड़ी देर च चंडीगढ़ तो होंगे रवाना। खटखट कलां पहुंच के शहीद भगत सिंह नूं करनगे सिजदा, बाद च वड्डे काफले नाल जाणगे अमृतसर। नजायज माइनिंग ते पुलिस दा एक्शन, पठानकोट च कांग्रेसी काउंसलर अमित शर्मा गिरफ्तार। काउंसलर ते पहलां भी दर्ज ने नजायज माइनिंग दे परचे। कैनेडा बैठे गैंगस्टर अर्श डल्ला दी पंजाब पुलिस नूं धमकी, फेसबुक पोस्ट विच लिखिया पुलिस नजायज परचे पा रही, उसदे ही स्टाइल च देवांगा जवाब। दिल्ली तो फड़े साथियों के केस च ग्रेनेड बरामदगी नूं दस्सिया फर्जी। मुफ्त सहूलतां नूं लैके सियासी संग्राम विचाले सीएम मान दा प्रधानमंत्री ते तिखा हमला। बोले असीं लोकां तो लए टैक्स विचों ही दे रहे सहूलतां, तुहाडे 15-15 लाख कित्थे गए। पशुओं च लंपी स्किन की बीमारी का कहर जारी। हरसिमरत बादल ने केंद्र तो टीकाकरण करवाउण दी कीती मंग, नाल ही बोले पशु पालकां नूं प्रति मवेशी 50,000 का मुआवजा देवे पंजाब सरकार। साबका मंत्री साधु सिंह धर्मसोत की रेगुलर जमानत की पटिशन ते अज हाईकोर्ट च सुनवाई, हेठली अदालत खारिज कर चुकी है अर्जी। धर्मसोत ते जंगलात विभाग च भ्रिष्टाचार दे ने इल्जाम। राम रहीम की पटिशन से अज हाईकोर्ट च सुनवाई, विधानसभा च पास किए गए सीबीआई जांच वापस लैण दे मते नूं दित्ती है चुनौती। कैप्टन सरकार वेले पास किया गया सी मता। सवाणा च शरेआम नौजवान का कतल, चाकू मार के उतारिया मौत दे घाट। सरपंची चोणां नूं लैके दो धिरां विचाले सी पुरानी रंजिश। गुरदासपुर च पति की कुटमार तो तंग, महिला ने की खुदकुशी, नहर च छाल मार के दित्ती जान। सीसीटीवी च कैद हुई तस्वीरां। साबका प्रधानमंत्री अटल बिहारी वाजपेयी की अज चौथी बरसी। राष्ट्रपति मुर्मू ते पीएम मोदी ने सदैव अटल समाधि पहुंच के दित्ती श्रद्धांजलि। उपराष्ट्रपति जगदीप धनखड़ ते स्पीकर ओम बिरला ने भी किया नमन। ਜਦੋਂ ਦਾ ਮੈਂ ਵਾਪਸ ਆਇਆ, ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਕੀ ਨਗਰੀ, ਜਿਸ ਇਲਾਕੇ ਨੂੰ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ, ਅੱਜ ਉੱਥੇ ਚੱਲੇ ਆ। ਇੱਥੇ ਰਾਹ 'ਚ ਕਈ ਪ੍ਰੋਗਰਾਮ, ਚਾਹੇ ਉਹ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਜੀ ਦੇ ਖਟਕੜ ਕਲਾਂ 'ਚ ਨਤਮਸਤਕ ਹੋ ਕੇ ਜਾਣਾ, ਰਾਹ 'ਚ ਕਈ ਪੜਾਅ ਨੇ, ਉਹ ਪੂਰੇ ਕਰਦੇ ਹੋਏ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਾਂਗੇ। ਤੇ ਸਵੇਰੇ ਇੱਕ ਨਿਮਾਣੇ ਸਿੱਖ ਵਜੋਂ ਬੜੇ ਸਤਿਕਾਰ ਨਾਲ ਤੇ ਬੜੀ ਹਲੀਮੀ ਨਾਲ ਦਾਸ ਆਪਣੇ ਪਰਿਵਾਰ ਨਾਲ ਸ੍ਰੀ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਕੋਟਨ ਕੋਟ ਸ਼ੁਕਰਾਨਾ, ਸ਼ਹੀਦਾਂ ਸਾਹਿਬ ਬਾਬਾ ਦੀਪ ਸਿੰਘ ਜੀ ਮਹਾਰਾਜ ਦੇ ਚਰਨਾਂ 'ਚ, ਅੰਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਦੇ ਚਰਨਾਂ 'ਚ ਨਤਮਸਤਕ ਹੋਣਾ। ਇਹ ਜੇ ਕਈ ਪ੍ਰੋਗਰਾਮ ਬਣੇ ਆ। ਸੋ ਕੱਲ ਉਹ ਹੈ, ਅੱਜ ਕੱਲਾ ਤੇ ਕੱਲਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਘਰ ਵਾਪਸੀ ਵਾਲਾ ਕੰਮ ਸਮਝੋ ਜੀ। ਮਜੀਠੀਆ ਸਾਹਿਬ, ਜਿਹੜਾ ਚੰਨੀ ਸਰਕਾਰ ਦੇ ਵੇਲੇ ਜਿਹੜੀ ਕਿ ਤੁਹਾਡੀ ਗ੍ਰਿਫਤਾਰੀ ਹੁੰਦੀ ਹੈ, ਉਸ ਤੋਂ ਬਾਅਦ ਆਮ ਆਦਮੀ ਪਾਰਟੀ ਸਰਕਾਰ ਬਣਦੀ ਹੈ, ਉਹਨਾਂ ਵੱਲੋਂ ਵੀ ਪੂਰੀ ਪੁਰਜ਼ੋਰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਤੁਹਾਨੂੰ ਅੰਦਰ ਹੀ ਰੱਖਿਆ ਜਾਵੇ, ਲੇਕਿਨ ਤੁਸੀਂ ਉਸ ਦੇ ਬਾਵਜੂਦ ਤੁਹਾਨੂੰ ਮਾਨਯੋਗ ਅਦਾਲਤ ਵੱਲੋਂ ਜਿਹੜੀ ਹੈ ਬੇਲ ਦਿੱਤੀ ਜਾਂਦੀ ਹੈ। ਇਸ ਨੂੰ ਕਿਵੇਂ ਵੇਖਦੇ ਹੋ? ਦੇਖੋ, ਸਰਕਾਰਾਂ ਬਹੁਤ ਕੁਝ ਕਰਦੀਆਂ ਆਈਆਂ, ਇਤਿਹਾਸ ਹੈ ਜ਼ਬਰ ਦਾ, ਧੱਕੇ ਦਾ। ਇਹ ਸਰਕਾਰਾਂ ਦਾ ਇੱਕ ਸਿਸਟਮ ਬਣ ਜਾਂਦਾ, ਇਸ ਲਈ ਸਰਕਾਰਾਂ ਫਿਰ ਬਦਲ ਜਾਂਦੀਆਂ ਨੇ। ਜੇ ਸਰਕਾਰ ਨੇ ਮੇਰੇ ਤੇ ਕੀਤਾ, ਕਾਂਗਰਸ ਦੀ ਸ਼ੁਰੂਆਤ ਜਿਸ ਸਰਕਾਰ ਨੇ, ਉਹ ਤਾਂ ਆਪ ਪਹਿਲੀ ਵਾਰੀ ਇਤਿਹਾਸ ਕਾਇਮ ਹੋਇਆ ਕਿ ਸਿਟਿੰਗ ਮੁੱਖ ਮੰਤਰੀ 2 ਸੀਟਾਂ ਤੋਂ ਹਾਰ ਗਿਆ। ਅੱਜ ਤੱਕ ਕੋਈ ਸਿਟਿੰਗ ਚੀਫ ਮਿਨਿਸਟਰ ਨਹੀਂ ਹਰਿਆ, ਔਰ ਹਰਿਆ ਨਹੀਂ, ਬੁਰੀ ਤਰ੍ਹਾਂ ਹਰਿਆ, ਔਰ ਅੱਜ ਤੱਕ ਵਾਪਸ ਵੀ ਨਹੀਂ ਆਇਆ। ਚਲੋ ਮੈਨੂੰ ਤਾਂ ਨਹੀਂ ਸੋਸ਼ਲ ਮੀਡੀਆ ਵੇਖਣ ਦਾ ਮੌਕਾ ਮਿਲਿਆ ਸੀਗਾ, ਮਗਰ ਉਹਦੇ ਬਾਰੇ ਤਾਂ ਗੀਤ ਹੀ ਚੱਲਦਾ ਹੁਣ ਚੰਨੀ ਸਾਹਿਬ ਬਾਰੇ ਕਿ ਛੱਲਾ ਮੁੜ ਕੇ ਨਹੀਂ ਆਇਆ। ਹੁਣ ਛੱਲਾ ਮੁੜਿਆ ਵੇ, ਮੈਂ ਵੀ ਉਹਦੀ ਇੱਕ ਵੀਡੀਓ ਸਾਂਭ ਕੇ ਰੱਖੀ ਹੈ ਜਿਹੜੀ ਮੈਂ ਚਲਾਉਣੀ ਹੈ, ਮਗਰ ਛੱਲਾ ਆਊਗਾ ਤਾਂ ਚਲਾਉਂਗਾ ਨਾ, ਨਹੀਂ ਤਾਂ ਕਿਹੜੀ ਵੀਡੀਓ ਦਿਖਾਵਾਂਗੇ, ਕਾਲੇ ਨਾ ਪਓ। ਮੈਂ ਜਿੱਥੋਂ ਛੱਡ ਕੇ ਗਿਆ ਉੱਥੇ ਹੀ ਵਾਪਸ ਡਿੱਗਿਆ ਆ ਕੇ।
ਇਸ ਲਈ ਕਾਹਲੀ ਨਹੀਂ ਆਪਾਂ ਕਰਨੀ ਕਿਸੇ ਕੰਮ 'ਚ, ਆਰਾਮ ਨਾਲ ਚੱਲਾਂਗੇ। ਛੱਲਾ ਆਵੇ ਤਾਂ ਪਤਾ ਨਹੀਂ ਕਿੱਥੇ ਦਿਲ ਆ ਕੇ ਬਹਿ ਗਿਆ ਭਾਊ ਜੀ ਸਰ, ਤੁਸੀਂ ਜਿਹੜੇ ਕਿ ਖੜਕੜ ਕਲਾ ਜਾ ਕੇ ਨਤਮਸਤਕ ਹੋ ਰਹੇ ਹੋ, ਸਿਮਰਨਜੀਤ ਮਾਨ ਉਹਨਾਂ ਨੂੰ ਹੀ ਜਿਹੜੇ ਕੀ ਹੈ ਕਹਿੰਦੇ ਉਹ ਸ਼ਹੀਦ ਨਹੀਂ ਆ, ਉਹ ਅੱਤਵਾਦੀ ਹੈ। ਦੇਖੋ, ਮੈਂ ਮਾਨ ਸਾਹਿਬ ਮੇਰੇ ਤੋਂ ਉਮਰ 'ਚ ਬਹੁਤ ਵੱਡੇ ਨੇ, ਸਤਿਕਾਰਯੋਗ ਨੇ। ਉਹ ਕੀ ਕਹਿੰਦੇ ਨੇ ਨਹੀਂ ਕਹਿੰਦੇ ਨੇ ਮੈਂ ਉਹਦੇ ਬਾਰੇ ਟਿੱਪਣੀ ਕਰਦਾ ਚੰਗਾ ਹੀ ਨਹੀਂ ਲੱਗਦਾ, ਕਿਉਂਕਿ ਨਾ ਮੈਂ ਉਹਨਾਂ ਦਾ ਸਤਿਕਾਰ ਕਰਦਾ। ਵੱਡੇ ਨੇ ਉਮਰ 'ਚ, ਲੋਕਾਂ ਨੇ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾਇਆ, ਬੜਾ ਵੱਡਾ ਫਤਵਾ ਦਿੱਤਾ ਜਦੋਂ ਨਵੀਂ ਸਰਕਾਰ ਚੁਣੀ ਹੋਵੇ ਔਰ ਮੁੱਖ ਮੰਤਰੀ ਸਾਹਿਬ ਦਾ ਇਲਾਕਾ ਹੋਵੇ। ਫਿਰ ਵੀ ਉਹ ਸਿਮਰਨਜੀਤ ਸਿੰਘ ਮਾਨ ਸਾਹਿਬ ਨੂੰ 3 ਮਹੀਨੇ ਦੇ ਅੰਦਰ ਅੰਦਰ ਏਡੀ ਵੱਡੀ ਕਾਮਯਾਬੀ ਮਿਲੀ ਹੋਵੇ। ਸੋ ਲੋਕਾਂ ਦਾ ਉਹ ਫਤਵਾ ਹੈ, ਉਹਨਾਂ ਆਪਦੇ ਅਧਿਕਾਰ ਖੇਤਰ 'ਚ ਨੇ, ਉਹ ਕੀ ਕਹਿ ਰਹੇ ਕੀ ਨਹੀਂ ਕਹਿ ਰਹੇ। ਮੇਰੀ ਆਪਦੀਆਂ ਭਾਵਨਾਵਾਂ ਨੇ। ਅਸੀਂ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਜੀ ਦਾ ਸਤਿਕਾਰ ਕਰਦੇ ਆ, ਇਸ ਲਈ ਖਟਕੜ ਕਲਾਂ ਨਤਮਸਤਕ ਵੀ ਹੋ ਕੇ ਜਾਵਾਂਗੇ। ਇਸ ਲਈ ਉਹਨਾਂ ਨੇ ਕੀ ਕਿਹਾ ਨਹੀਂ ਕਿਹਾ, ਮੈਂ ਇਸ ਗੱਲ ਦੇ ਵਿੱਚ ਉਹਨਾਂ ਬਾਰੇ ਟਿੱਪਣੀ ਕੋਈ ਨਹੀਂ। ਉਹਨਾਂ ਦੀ ਸੋਚ ਮੁਬਾਰਕ, ਸਾਨੂੰ ਸਾਡੀ ਸੋਚ। ਸਿੱਧੂ ਸਾਹਿਬ ਕਿਵੇਂ ਨੇ ਪਟਿਆਲਾ ਜੇਲ੍ਹ 'ਚ? ਬਹੁਤ ਚੰਗੇ। ਮਜੀਠੀ ਸਾਹਿਬ, ਪਾਰਟੀ ਦੇ ਵਿੱਚ ਬਹੁਤ ਸਾਰੇ ਲੀਡਰਸ ਜਿਹੜੇ ਨੇ ਬਗਾਵਤੀ ਰੁਖ ਅਪਣਾ ਰਹੇ ਨੇ, ਖਾਸ ਕਰ ਮਨਪ੍ਰੀਤ ਇਆਲੀ ਪ੍ਰੈਜ਼ੀਡੈਂਸ਼ੀਅਲ ਪੋਲ ਤੇ ਜਿਹੜਾ ਪਾਰਟੀ ਕੈਂਡੀਡੇਟ ਜਿਹਨੂੰ ਸਪੋਰਟ ਕੀਤਾ ਸੀ ਉਹਦੀ ਸਪੋਰਟ ਨਹੀਂ ਕੀਤੀ। ਇਸ ਤਰ੍ਹਾਂ ਜੀ ਤੁਸੀਂ ਨਾ ਇਹਨੇ ਕਾਲੇ ਤੱਤੇ ਪਾਓ, ਹਲੇ ਤਾਂ ਦਾਸ ਨੂੰ ਆਏ ਨੂੰ ਕੁਝ ਸਮਾਂ ਹੋਇਆ। ਔਰ ਮਨਪ੍ਰੀਤ ਸਿੰਘ ਇਆਲੀ ਮੇਰਾ ਭਰਾ ਹੈ। ਆਈ ਥਿੰਕ ਤੁਸੀਂ ਰਿਅਲਾਈਜ਼ ਨਹੀਂ ਕਰਦੇ ਕਿ ਸਾਡਾ ਇੱਕ ਪਰਿਵਾਰਿਕ ਰਿਸ਼ਤਾ, ਸਿਆਸੀ ਰਿਸ਼ਤੇ ਆਪਦੀ ਥਾਂ ਹੁੰਦੇ ਆ। ਅਸੀਂ ਦੋਵੇਂ ਭਰਾਵਾਂ ਵਾਂਗੂ ਇੱਕ ਦੂਜੇ ਦੇ ਸੁੱਖ ਦੁੱਖ ਦੇ ਭਾਈਵਾਲ ਰਹੇ ਆ। ਸੋ ਠੀਕ ਹੈ, ਕੋਈ ਗੱਲਾਂ ਆਪਣੀਆਂ ਵਿਚਾਰ ਰੱਖ ਸਕਦਾ ਹੈ ਕੋਈ, ਬਟ ਵੀ ਆਰ ਵਨ ਫੈਮਿਲੀ ਐਂਡ ਵੀ ਵਿਲ ਸਟੇ ਵਨ ਫੈਮਿਲੀ। ਖਟਕੜ ਕਲਾਂ ਜਾ ਰਹੇ ਹੋ ਹਾਂਜੀ, ਜਦੋਂ ਜ਼ਿਮਨੀ ਚੋਣ ਹੋਈ ਸੀ ਮੁਲਾਕਾਤ ਦੀ, ਤੁਹਾਡੀ ਅਹਿਮ ਭੂਮਿਕਾ ਦੇਖੀ ਗਈ ਸੀ ਔਰ ਉਹਦਾ ਕ੍ਰੈਡਿਟ ਚਾਹੇ ਮਨਪ੍ਰੀਤ ਇਆਲੀ ਹੁਣ ਸਾਰਿਆਂ ਨੇ ਤੁਹਾਨੂੰ ਦਿੱਤਾ ਸੀ। ਅੱਜ ਕਿਤੇ ਕਿਤੇ ਦਿਲ ਦੁਖਿਆ ਜਦੋਂ ਖਬਰਾਂ ਸਾਹਮਣੇ ਆਈਆਂ ਕਿ ਮਨਪ੍ਰੀਤ ਇਆਲੀ ਦੇ ਅੱਜ ਥੋੜੇ ਜਿਹਾ ਸੁਰ ਬਦਲ ਗਏ। ਜੇ ਤੇਰਾ ਭਰਾ ਤੇਰੇ ਨਾਲ ਚੱਜ ਨਾਲ ਗੱਲ ਨਾ ਕਰੂ ਤੇ ਤੈਨੂੰ ਦਿਲ ਦੁਖੂ ਕਿ ਨਹੀਂ ਦੁਖੂ? ਦਿਲ ਦੁਖਣਾ ਆਪਦੀ ਥਾਂ, ਮਗਰ ਮੇਰਾ ਭਰਾ ਔਰ ਮੇਰਾ ਭਰਾ ਸਦਾ ਰਹੂਗਾ। ਮੈਂ ਇੱਕ ਗੱਲ ਦੱਸਦਾ, ਮੇਰੇ ਜਿਹਦੇ ਨਾਲ ਰਿਸ਼ਤੇ ਬਣਦੇ ਨੇ ਉਹ ਸਦਾ ਨਿਭਾਉਣ ਵਾਸਤੇ ਬਣਦੇ ਆ। ਪੋਲਿਟਿਕਸ ਇਜ਼ ਅ ਵੈਰੀ ਸਮਾਲ ਪਾਰਟ, ਇਹ ਬੜਾ ਇੱਕ ਛੋਟਾ ਹਿੱਸਾ ਹੈ। ਮਗਰ ਜਦੋਂ ਤੁਸੀਂ ਕਿਸੇ ਪਰਿਵਾਰ ਦੀ ਛੋਟੀ ਤੋਂ ਛੋਟੀ ਤੇ ਵੱਡੀ ਖੁਸ਼ੀ ਦੇ ਭਾਈਵਾਲ ਰਹੇ ਹੋ, ਜਦੋਂ ਦੇ ਘਰ ਬੱਚਿਆਂ ਦੀ ਖੁਸ਼ੀ ਹੋਈ ਸੀ ਜਾਂ ਭੈਣਾਂ ਦਾ ਵਿਆਹ ਹੋਇਆ ਸੀ, ਹਰ ਤਰੀਕੇ ਨਾਲ ਅਸੀਂ ਇੱਕ ਦੂਜੇ ਦੇ ਨਾਲ, ਚਾਹੇ ਉਹ ਮੇਰੀ ਖੁਸ਼ੀ ਸੀ ਚਾਹੇ ਉਹਨਾਂ ਦੀ ਸੀ। ਸੋ ਇਹ ਗੱਲਾਂ ਟੀਵੀ ਤੇ ਚੈਨਲਾਂ ਤੇ ਕਰਨ ਦੀ ਲੋੜ ਨਹੀਂ। ਸਾਡੇ ਰਿਸ਼ਤੇ ਬੜੇ ਡੂੰਘੇ ਤੇ ਰਿਸ਼ਤੇ ਬੋਲਣਗੇ। ਮਜੀਠੀਆ ਸਾਹਿਬ, ਸਾਂਝ ਕੇਂਦਰ ਸੁਭਾਵਿਕ ਹੋਊਗੀ। ਮੇਰਾ ਭਰਾ ਜੀ ਮੈਨੂੰ ਮਿਲ ਕੇ ਗਏ ਆ ਕਿੰਨੀ ਵਾਰੀ ਅੰਦਰ, ਉੱਥੇ ਵੀ ਤੂੰ ਤਾਂ ਨਹੀਂ ਆਇਆ, ਤੂੰ ਤਾਂ ਕੈਨੇਡਾ ਫਿਰਿਆ ਨਪਿੰਦਰ, ਮਗਰ ਉਹ ਤਾਂ ਮਿਲ ਕੇ ਆਇਆ, ਤੂੰ ਨਹੀਂ ਨਿਭਾਈ। ਖਟਕੜ ਕਲਾਂ ਜਾ ਰਹੇ ਹੋ ਮਜੀਠੀਆ ਸਾਹਿਬ, ਸੀਐਮ ਸਾਹਿਬ ਕਹਿੰਦੇ ਕਿ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਬਣਾ ਰਹੇ ਨੇ, ਪਹਿਲੇ ਕੋਸ਼ਿਸ਼ਾਂ ਨਹੀਂ ਹੋਈਆਂ। ਉਹ ਹਾਲੇ ਦਾਸ ਨੂੰ ਆਏ ਨੂੰ 2-4 ਦਿਨ ਹੋਏ ਆ। ਮੁੱਖ ਮੰਤਰੀ ਸਾਹਿਬ ਕੀ ਕਹਿ ਰਹੇ ਕੀ ਨਹੀਂ ਕਹਿ ਰਹੇ, ਹਲੇ ਬੜਾ ਚਿਰ ਹੈ ਕਹਿਣ ਨੂੰ। ਚੰਗੀ ਗੱਲ ਹੈ ਬਣਾ ਦੇਣ, ਮਗਰ ਹਲੇ ਤਾਂ ਬੜੀ ਥੋੜਾ ਹੈਗੀ ਕਸਰ, ਬੜੀ ਕਸਰ ਹੈ। ਤੁਸੀਂ ਪਟਿਆਲਾ ਵੀ ਕਿਹਾ ਕਿ ਸਿੱਧੂ ਸਾਹਿਬ ਵਾਲੀ ਬਾਤ ਜ਼ਿਕਰ ਕਰਾਂਗੇ 10 ਅੰਦਰ। ਉਹ ਅੱਜ ਨਹੀਂ ਕਰਨਾ ਤੁਹਾਨੂੰ, ਅੱਜ ਨਹੀਂ, ਅੱਜ ਸਾਰੀ ਗੱਲ ਦੱਸਤੀ, ਤੁਸੀਂ ਤਾਂ ਹੋਰ ਪਾਸੇ ਨੂੰ ਖਬਰ ਲੈ ਜਾਣੀ। ਦੱਸੂ ਤੁਹਾਨੂੰ ਮੈਂ, ਭਰਾ ਮੇਰਾ, ਉਹਦੇ ਬਾਰੇ ਵੀ ਦੱਸੂ। ਦੇਖੋ, ਉਹਦੇ ਬਾਰੇ ਚਿੰਤਾ ਕਰਨਾ ਵੀ ਤੁਹਾਡਾ ਮੇਰਾ ਫਰਜ਼ ਬਣਦਾ। ਥੈਂਕ ਯੂ। ਤਾਂ ਵਿਕਰਮ ਮਜੀਠੀਆ ਰਵਾਨਾ। ਤਾਂ ਵਿਕਰਮ ਮਜੀਠੀਆ ਦੀ ਰਿਹਾਇਸ਼ ਤੋਂ ਮੀਡੀਆ ਦੇ ਨਾਲ ਉਹ ਗੱਲਬਾਤ ਕਰ ਰਹੇ ਸੀ। ਸਾਰਾ ਕੰਮ ਡੁੱਬ ਗਿਆ, ਜਿਹੜਾ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਵੀ ਬੇਨਤੀ ਕਰਾਂਗੇ। ਆਈ ਐਮ ਵੈਰੀ ਸੌਰੀ ਕਿ ਜੇ ਮੈਂ ਅਗਲੀ ਵਾਰੀ ਤੁਹਾਡਾ ਕੰਮ ਸੈੱਟ ਕਰ ਦੂੰ। ਤਾਂ ਵਿਕਰਮ ਮਜੀਠੀਆ ਰਵਾਨਾ ਹੋਣ ਲੱਗੇ ਨੇ ਇੱਕ ਕਾਫਲੇ ਦੇ ਰੂਪ ਦੇ ਵਿੱਚ। ਇੱਥੋਂ ਵਿਕਰਮ ਮਜੀਠੀਆ ਰਵਾਨਾ ਹੋਣਗੇ ਔਰ ਤੁਸੀਂ ਦੇਖ ਰਹੇ ਆ ਕਿ ਉਹਨਾਂ ਦਾ ਇੱਥੇ ਉਹਨਾਂ ਦੇ ਜਿਹੜੇ ਸਮਰਥਕ ਨੇ ਉਹਨਾਂ ਦਾ ਸਵਾਗਤ ਕਰ ਰਹੇ ਨੇ। ਇੱਥੋਂ ਰਵਾਨਾ ਹੋਣ ਤੋਂ ਪਹਿਲਾਂ ਉਹਨਾਂ ਨੂੰ ਗੁਲਦਸਤੇ ਦਿੱਤੇ ਜਾ ਰਹੇ ਨੇ, ਸਰੋਪਾਓ ਪਾ ਕੇ ਉਹਨਾਂ ਨੂੰ ਇੱਥੋਂ ਜਿਹੜਾ ਹੈਗਾ ਕਾਫਲੇ ਦੀ ਰਵਾਨਗੀ ਜਿਹੜੀ ਆ ਉਹ ਕੀਤੀ ਜਾਣੀ ਹੈ। ਤੁਸੀਂ ਦੇਖ ਸਕਦੇ ਆ ਕਿ ਕਿਵੇਂ ਉਹਨਾਂ ਦੇ ਸਮਰਥਕ, ਉਹਨਾਂ ਦੇ ਚਾਹਣ ਵਾਲੇ ਔਰ ਜਿਹੜੇ ਲੋਕ ਜਿਨ੍ਹਾਂ ਨੇ ਉਹਨਾਂ ਦੇ ਨਾਲ ਇੱਥੋਂ ਰਵਾਨਾ ਹੋਣਾ, ਤਾਂ ਇਹ ਤਸਵੀਰਾਂ ਗੱਲਬਾਤ ਉਹਨਾਂ ਦੀ ਚੱਲ ਰਹੀ ਹੈ। ਔਰ ਇੱਥੋਂ ਰਵਾਨਾ ਹੋਣਾ, ਖਟਕੜ ਕਲਾਂ ਜਾਣਾ, ਸ਼ਹੀਦਾਂ ਦੀ ਧਰਤੀ ਨੂੰ ਸਜਦਾ ਕਰਨਾ। ਔਰ ਸ਼ਹੀਦਾਂ ਦੀ ਧਰਤੀ ਖਟਕੜ ਕਲਾਂ ਤੇ ਸਜਦਾ ਕਰਨ ਤੋਂ ਬਾਅਦ
ਅੰਮ੍ਰਿਤਸਰ ਵੱਲ ਰਵਾਨਾ ਹੋਣਾ। ਹਾਲਾਂਕਿ ਕਈ ਪ੍ਰੋਗਰਾਮ ਰਸਤੇ ਦੇ ਵਿੱਚ ਵੀ ਉਲੀਕੇ ਗਏ ਨੇ। ਬੰਗੇ ਦਾ ਦੱਸਿਆ ਜਾ ਰਿਹਾ ਕਿ ਪ੍ਰੋਗਰਾਮ ਜਲੰਧਰ ਦੇ ਵਿੱਚ ਪ੍ਰੋਗਰਾਮ ਦੱਸਿਆ ਜਾ ਰਿਹਾ ਹੈ ਔਰ ਅੱਗੇ ਕਈ ਥਾਵਾਂ ਤੇ ਦੱਸਿਆ ਜਾ ਰਿਹਾ ਹੈ ਕਿ ਰਸਤੇ ਦੇ ਵਿੱਚ ਕੁਝ ਪੜਾਅ ਹੋਣਗੇ ਉੱਥੇ ਜਿਹੜੇ ਜਿੱਥੇ ਵਰਕਰ ਇਹਨਾਂ ਦੇ ਇਕੱਠੇ ਹੋਣਗੇ ਜਾਂ ਲੋਕਲ ਲੀਡਰਸ਼ਿਪ ਹੈ ਜਿਹੜੀ ਉਹਨਾਂ ਦੇ ਵੱਲੋਂ ਕੋਈ ਨਾ ਕੋਈ ਪ੍ਰੋਗਰਾਮ ਜਿਹੜਾ ਹੈਗਾ ਰੱਖਿਆ ਜਾਵੇਗਾ ਸਵਾਗਤ ਦੇ ਲਈ। ਤਾਂ ਉਸ ਤੋਂ ਬਾਅਦ ਇੱਥੋਂ ਰਵਾਨਾ ਹੋਣਗੇ, ਅੱਗੇ ਅੱਗੇ ਵਧਦੇ ਜਾਣਗੇ ਔਰ ਅੰਮ੍ਰਿਤਸਰ ਗੋਲਡਨ ਗੇਟ ਤੇ ਜਾ ਕੇ ਜਿਹੜਾ ਹੈਗਾ ਅੰਮ੍ਰਿਤਸਰ ਦੇ ਵਿੱਚ ਐਂਟਰੀ ਹੋਵੇਗੀ ਤੇ ਉਸ ਤੋਂ ਬਾਅਦ ਅੱਗੇ ਜਿਹੜਾ ਹੈਗਾ ਅੰਮ੍ਰਿਤਸਰ ਦਾ ਪ੍ਰੋਗਰਾਮ ਹੋਵੇਗਾ, ਦਰਬਾਰ ਸਾਹਿਬ ਨਤਮਸਤਕ ਹੋਣ ਦਾ ਅੱਗੇ ਪ੍ਰੋਗਰਾਮ ਲਿਖਿਆ ਜਾਵੇਗਾ। ਤਾਂ ਇੱਥੋਂ ਬਿਕਰਮ ਮਜੀਠੀਆ ਰਵਾਨਾ ਹੋ ਰਹੇ ਨੇ। ਤਾਂ ਇਹ ਤਸਵੀਰਾਂ ਬਿਕਰਮ ਮਜੀਠੀਆ ਕਹਿ ਸਕਦੇ ਕਿ ਜਦੋਂ ਤੋਂ ਜੇਲ੍ਹ ਤੋਂ ਬਾਹਰ ਆਏ ਨੇ ਤਾਂ ਐਕਸ਼ਨ 'ਚ ਨਜ਼ਰ ਆ ਰਹੇ ਨੇ। ਜੇਲ੍ਹ ਤੋਂ ਬਾਹਰ ਆਉਂਦੇ ਹੀ ਇੱਕ ਤਰੀਕੇ એનર્ਜੀ ਫੂਕਣ ਦੀ ਕੋਸ਼ਿਸ਼ ਕੀਤੀ ਗਈ ਅਕਾਲੀ ਦਲ ਦੇ ਵਿੱਚ, ਕਿਉਂਕਿ ਜਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਸਮਰਥਕ ਉੱਥੇ ਪਹੁੰਚੇ, ਜਿਸ ਤਰ੍ਹਾਂ ਦਾ ਇਕੱਠ ਉੱਥੇ ਦੇਖਣ ਨੂੰ ਮਿਲਿਆ, ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਇੱਕ ਸੁਨੇਹਾ ਜਿਹੜਾ ਹੈ ਉਹ ਜ਼ਰੂਰ ਜਿਹੜਾ ਹੈਗਾ ਉਹ ਸੁਨੇਹਾ ਜ਼ਰੂਰ ਦਿੱਤਾ ਗਿਆ ਕਿ ਬੇਸ਼ੱਕ ਅਕਾਲੀ ਦਲ ਦੇ ਅੰਦਰ ਹਾਲਾਤ ਕੁਝ ਕੁ ਠੀਕ ਨਾ ਚੱਲ ਰਹੇ ਹੁਣ ਪਰ ਉਹਨਾਂ ਨੂੰ ਜਲਦੀ ਠੀਕ ਕਰ ਲਿਆ ਜਾਵੇਗਾ। ਔਰ ਇਸੇ ਕੋਸ਼ਿਸ਼ ਦੇ ਵਿੱਚ ਕਿਉਂਕਿ ਜਦੋਂ ਅਕਾਲੀ ਦਲ ਦੇ ਅੰਦਰ ਕਿਤੇ ਨਾ ਕਿਤੇ ਅੰਦਰੂਨੀ ਹਾਲਾਤ ਖਰਾਬ ਹੋਏ, ਇਹ ਕੁਝ ਬਗਾਵਤੀ ਸੋਰਾ ਜਿਹੜੇ ਉਹ ਨਜ਼ਰ ਆਏ, ਤਾਂ ਐਸੇ ਹਾਲਾਤਾਂ ਦੇ ਵਿੱਚ ਬਿਕਰਮ ਮਜੀਠੀਆ ਦੀ ਜ਼ਮਾਨਤ ਹੋਣਾ, ਬਿਕਰਮ ਮਜੀਠੀਆ ਦਾ ਬਾਹਰ ਆਉਣਾ ਪਾਰਟੀ ਦੇ ਲਈ ਇੱਕ ਚੰਗਾ ਸੁਨੇਹਾ, ਪਾਰਟੀ ਦੇ ਲਈ ਇੱਕ ਸੁੱਖ ਸੁਨੇਹਾ ਜਿਹੜਾ ਹੈਗਾ ਅਕਾਲੀ ਦਲ ਦੇ ਲਈ ਉਹ ਆਇਆ। ਔਰ ਉਸ ਦਿਨ ਤੋਂ ਬਾਅਦ ਅੱਜ ਜਿਸ ਤਰ੍ਹਾਂ ਦੀਆਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਬਿਕਰਮ ਮਜੀਠੀਆ ਅੱਜ ਇੱਕ ਵਾਰ ਫਿਰ ਤੋਂ ਇੱਕ ਕਾਫਲੇ ਦੇ ਰੂਪ ਦੇ ਵਿੱਚ ਆਪਣੇ ਸਮਰਥਕਾਂ ਦੇ ਨਾਲ ਇੱਥੋਂ ਰਵਾਨਾ ਹੁੰਦੇ ਹੋਏ ਔਰ ਕਿਤੇ ਨਾ ਕਿਤੇ ਪੂਰੇ ਪੰਜਾਬ ਦੇ ਵਿੱਚ ਸੁਨੇਹਾ ਦੇਣ ਦੀ ਕੋਸ਼ਿਸ਼ ਵਰਕਰ ਹੈ ਜਿਹੜੀ ਲੀਡਰਸ਼ਿਪ ਹੈ ਉਹਨਾਂ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਔਰ ਉਹਨਾਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਕਿ ਜਿਹੜੀ ਲੀਡਰਸ਼ਿਪ ਹੈ ਉਸ ਨੂੰ ਇੱਕ ਵਾਰੀ ਫਿਰ ਤੋਂ ਇਕੱਠਾ ਕੀਤਾ ਜਾ ਸਕੇ ਔਰ ਵਰਕਰਾਂ ਨੂੰ ਇੱਕ ਵਾਰ ਫਿਰ ਤੋਂ ਉਤਸ਼ਾਹਿਤ ਕਰਕੇ ਨਾਲ ਤੋਰਿਆ ਜਾ ਸਕੇ। ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਉਹ ਚੋਣ ਨਤੀਜੇ ਰਹੇ ਹੋਣ ਜਾਂ ਫਿਰ ਉਸ ਤੋਂ ਬਾਅਦ ਅਕਾਲੀ ਦਲ ਦੇ ਅੰਦਰ ਜਿਸ ਤਰ੍ਹਾਂ ਕਿਤੇ ਨਾ ਕਿਤੇ ਧੜੇਬੰਦੀ ਨਜ਼ਰ ਆਈ, ਤਾਂ ਉਸ ਧੜੇਬੰਦੀ ਨੂੰ ਕੰਟਰੋਲ ਕਰਨ ਦੇ ਲਈ ਅੱਜ ਅਕਾਲੀ ਦਲ ਨੂੰ ਜ਼ਰੂਰਤ ਸੀ ਔਰ ਐਨ ਐਸੇ ਵਕਤ ਤੇ ਬਿਕਰਮ ਮਜੀਠੀਆ ਦੀ ਜ਼ਮਾਨਤ ਹੁੰਦੀ ਹੈ। ਬਿਕਰਮ ਮਜੀਠੀਆ ਦੇ ਬਾਹਰ ਆਉਂਦਿਆਂ ਹੀ ਜਿਹੜੇ ਵਰਕਰ ਨੇ ਜਾਂ ਜਿਹੜੀ ਲੀਡਰਸ਼ਿਪ ਹੈ ਉਹਨਾਂ ਦੇ ਅੰਦਰ ਇੱਕ ਉਤਸ਼ਾਹ ਜਿਹੜਾ ਹੈਗਾ ਉਹ ਵਧਾਇਆ ਜਾਂਦਾ ਹੈ, ਉਤਸ਼ਾਹ ਦੇਖਣ ਨੂੰ ਮਿਲਦਾ ਹੈ ਕਿਉਂਕਿ ਇੱਕ ਵੱਡੇ ਕੱਦ ਦੇ ਆਗੂ ਨੇ ਬਿਕਰਮ ਮਜੀਠੀਆ, ਇੱਕ ਵੱਡੇ ਕੱਦ ਦੇ ਲੀਡਰ ਬਿਕਰਮ ਮਜੀਠੀਆ ਔਰ ਪਾਰਟੀ ਦੇ ਵਿੱਚ ਕਿਉਂਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਵੀ ਕਿਤੇ ਨਾ ਕਿਤੇ ਜਿਸ ਤਰ੍ਹਾਂ ਕਈ ਥਾਵਾਂ ਤੋਂ ਚੁਣੌਤੀਆਂ ਨਜ਼ਰ ਆਉਣ ਲੱਗੀਆਂ, ਬੇਸ਼ੱਕ ਖੁੱਲ੍ਹ ਕੇ ਇਹ ਚੀਜ਼ਾਂ ਦਾ ਜਿਹੜਾ ਹੈਗਾ ਜ਼ਿਕਰ ਨਾ ਕੀਤਾ ਜਾਂਦਾ ਹੋਵੇ ਪਰ ਜਿਹੜੇ ਹਾਲਾਤ ਬਣੇ ਉਹ ਇਹੀ ਬਿਆਨ ਕਰ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਨੂੰ ਵੀ ਚੁਣੌਤੀ ਦੇਣ ਦੀ ਕੋਸ਼ਿਸ਼। ਤਾਂ ਐਸੇ ਹਾਲਾਤ ਦੇ ਵਿੱਚ ਜਦੋਂ ਬਿਕਰਮ ਮਜੀਠੀਆ ਦੀ ਸੁਖਬੀਰ ਸਿੰਘ ਬਾਦਲ ਨੂੰ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਵੱਡੀ ਲੋੜ ਦੀ ਜ਼ਮਾਨਤ ਹੁੰਦੀ ਹੈ ਔਰ ਬਿਕਰਮ ਮਜੀਠੀਆ ਬਾਹਰ ਆਉਂਦੇ ਨੇ ਔਰ ਇੱਕ ਵਾਰ એનર્ਜੀ ਭਰਨ ਦੀ ਕੋਸ਼ਿਸ਼ ਪਾਰਟੀ ਦੇ ਅੰਦਰ ਔਰ ਤਾਂ ਤਸਵੀਰਾਂ ਨੇ ਚੰਡੀਗੜ੍ਹ ਦੀਆਂ ਲਾਈਵ ਤਸਵੀਰਾਂ ਰਵਾਨਾ ਹੋ ਗਏ ਨੇ ਬਿਕਰਮ ਮਜੀਠੀਆ ਖਟਕੜ ਕਲਾਂ ਜਾਣਗੇ, ਸ਼ਹੀਦ ਭਗਤ ਸਿੰਘ ਨੂੰ ਸਿਜਦਾ ਕਰਨਗੇ ਤੇ ਫਿਰ ਅੰਮ੍ਰਿਤਸਰ ਦੇ ਲਈ ਰਵਾਨਾ ਹੋਣਗੇ, ਦਰਬਾਰ ਸਾਹਿਬ ਨਤਮਸਤਕ ਹੋਣਗੇ ਵੱਡੇ ਕਾਫਲੇ ਦੇ ਰੂਪ 'ਚ। ਜਿਵੇਂ ਸਾਡੇ ਸਹਿਯੋਗੀ ਨਪਿੰਦਰ ਬਰਾੜ ਜਾਣਕਾਰੀ ਦੇ ਰਹੇ ਨੇ ਕਿ ਅਕਾਲੀ ਦਲ ਦੇ ਵਿੱਚ ਮਜ਼ਬੂਤੀ ਦਿਖਾਉਣ ਦੀ ਵੀ ਕੋਸ਼ਿਸ਼ ਹੈ। ਬਿਕਰਮ ਮਜੀਠੀਆ 5.5 ਮਹੀਨੇ ਤੱਕ ਪਟਿਆਲਾ ਜੇਲ੍ਹ 'ਚ ਬੰਦ ਸਨ ਡਰੱਗ ਮਾਮਲੇ ਦੇ ਵਿੱਚ, ਡਰੱਗ ਕੇਸ ਦੇ ਵਿੱਚ ਹਾਈਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। 5 ਦਿਨ ਪਹਿਲਾਂ ਰਿਹਾਈ ਹੋਈ ਜਿਸ ਤੋਂ ਬਾਅਦ ਵਾਪਸ ਪਹੁੰਚੇ ਤੇ ਅੱਜ ਕਿਤੇ ਨਾ ਕਿਤੇ ਅਕਾਲੀ ਦਲ ਦੀ ਮਜ਼ਬੂਤੀ ਦਿਖਾਉਣ ਦੀ ਵੀ ਕੋਸ਼ਿਸ਼ ਹੈ। ਅੱਜ ਸ਼ਹੀਦ ਭਗਤ ਸਿੰਘ ਨੂੰ ਸਿਜਦਾ ਕਰਨਗੇ ਬਿਕਰਮ ਮਜੀਠੀਆ ਤੇ ਉਸ ਤੋਂ ਬਾਅਦ ਅੰਮ੍ਰਿਤਸਰ ਦਰਬਾਰ ਸਾਹਿਬ ਵੀ ਨਤਮਸਤਕ ਹੋਣਗੇ ਤੇ ਸਭ ਕੁਝ ਵੱਡੇ ਕਾਫਲੇ ਦੇ ਰੂਪ 'ਚ ਕੀਤਾ ਜਾਏਗਾ। ਇੱਥੋਂ ਵੀ ਕਾਫਲਾ ਰਵਾਨਾ ਹੋਇਆ ਚੰਡੀਗੜ੍ਹ ਤੋਂ ਖਟਕੜ ਕਲਾਂ ਦੇ ਲਈ, ਤਾਂ ਕਾਫਲੇ ਦੇ ਰੂਪ 'ਚ ਕਿਤੇ ਨਾ ਕਿਤੇ ਮਜ਼ਬੂਤੀ ਦਿਖਾਉਣ ਦੀ ਕੋਸ਼ਿਸ਼ ਹੈ, ਅਕਾਲੀ ਦਲ ਦੀ ਮਜ਼ਬੂਤੀ ਦਿਖਾਉਣ ਦੀ ਕੋਸ਼ਿਸ਼ ਹੈ।
ਵਿਧਾਨ ਸਭਾ ਚੋਣਾਂ ਦੇ ਵਿੱਚ ਜਿਸ ਵੇਲੇ ਬਿਕਰਮ ਮਜੀਠੀਆ ਜੇਲ੍ਹ 'ਚ ਬੰਦ ਸਨ, ਵਿਧਾਨ ਸਭਾ ਚੋਣਾਂ 'ਚ ਕਰਾਰੀ ਹਾਰ ਅਕਾਲੀ ਦਲ ਨੂੰ ਹੋਈ, ਅਕਾਲੀ ਦਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ 3 ਹੀ ਸੀਟਾਂ ਵਿਧਾਨ ਸਭਾ 'ਚ ਆਈਆਂ। ਉਸ ਤੋਂ ਬਾਅਦ ਪਾਰਟੀ ਦੇ ਵਿੱਚ ਵੀ ਲੀਡਰਸ਼ਿਪ ਨੂੰ ਲੈ ਕੇ ਸਵਾਲ ਉੱਠਣੇ ਸ਼ੁਰੂ ਹੋ ਗਏ ਤੇ ਇਸ ਸਭ ਦੇ ਵਿਚਾਲੇ ਬਿਕਰਮ ਮਜੀਠੀਆ ਜੇਲ੍ਹ 'ਚੋਂ ਬਾਹਰ ਆ ਗਏ ਨੇ, ਰਿਹਾਈ ਹੋ ਗਈ ਹੈ, ਜ਼ਮਾਨਤ ਉਹਨਾਂ ਨੂੰ ਮਿਲ ਗਈ ਹੈ। ਤਾਂ ਇੱਥੇ ਹੁਣ ਮਜ਼ਬੂਤੀ ਦਿਖਾਉਣ ਦੀ ਕੋਸ਼ਿਸ਼ ਜ਼ਰੂਰ ਹੈ, ਇੱਕ ਕਾਫਲੇ ਦੇ ਰੂਪ 'ਚ ਜਦੋਂ ਸ਼ਕਤੀ ਪ੍ਰਦਰਸ਼ਨ ਦੀ ਕੋਸ਼ਿਸ਼ ਨਜ਼ਰ ਆ ਰਹੀ ਹੈ ਅਕਾਲੀ ਦਲ ਦੀ। ਤੇ ਬਿਕਰਮ ਮਜੀਠੀਆ ਨੇ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਤੇ ਇਹਨਾਂ ਸਾਰੀਆਂ ਚੀਜ਼ਾਂ ਤੇ ਬਿਆਨ ਵੀ ਦਿੱਤਾ, ਇਹਨਾਂ ਸਾਰੇ ਸਵਾਲਾਂ ਨੂੰ ਲੈ ਕੇ ਬੋਲਿਆ ਵੀ। ਮਨਪ੍ਰੀਤ ਇਆਲੀ ਜਿਨ੍ਹਾਂ ਦੇ ਵੱਖਰੇ ਸੁਰ ਅਕਾਲੀ ਦਲ 'ਚ ਨਜ਼ਰ ਆ ਰਹੇ ਨੇ, ਉਹਨਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਪਰਿਵਾਰਕ ਰਿਸ਼ਤੇ ਨੇ, ਕੋਈ ਫੁੱਟ ਨਹੀਂ ਹੈ ਇਆਲੀ ਦੇ ਨਾਲ, ਉਸੇ ਤਰੀਕੇ ਨਾਲ ਭਰਾ ਵਾਲਾ ਰਿਸ਼ਤਾ ਬਰਕਰਾਰ ਹੈ। ਨਾਲ ਹੀ ਉਹਨਾਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਵੀ ਤੰਜ ਕੱਸਿਆ ਹੈ। उधर श्री अकाल तख्त साहिब ते समूहिक अरदास कीती गई है। 1947 ਦੇ ਵਿੱਚ ਵੰਡ ਵੇਲੇ ਮਾਰੇ ਗਏ ਲੋਕਾਂ ਨੂੰ ਯਾਦ ਕੀਤਾ ਗਿਆ ਹੈ। ਆਤਮਿਕ ਸ਼ਾਂਤੀ ਦੇ ਲਈ ਅਰਦਾਸ ਕੀਤੀ ਗਈ। ਪੰਜਾਬ ਭਰ ਦੇ ਗੁਰਦੁਆਰਿਆਂ ਦੇ ਵਿੱਚ ਵੀ ਅਰਦਾਸ ਕੀਤੀ ਜਾ ਰਹੀ ਹੈ। ਪੰਜਾਬ ਤੇ ਬੰਗਾਲ ਨੇ ਸਭ ਤੋਂ ਵੱਧ ਸੰਤਾਪ ਹੰਢਾਇਆ। ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਤੇ ਬੰਗਾਲ ਉਹ ਦੋ ਸੂਬੇ ਸੀ ਜਿਨ੍ਹਾਂ ਨੇ ਵੰਡ ਵੇਲੇ ਸਭ ਤੋਂ ਵੱਧ ਸੰਤਾਪ ਹੰਢਾਇਆ। ਭਾਰਤ ਤੇ ਪਾਕਿਸਤਾਨ ਦੀ ਸੰਸਦ ਦੇ ਵਿੱਚ ਮਤਾ ਲਿਆ ਕੇ ਮਾਰੇ ਗਏ ਲੋਕਾਂ ਨੂੰ ਯਾਦ ਕੀਤਾ ਜਾਵੇ, ਇਹ ਵੀ ਉਹਨਾਂ ਨੇ ਕਿਹਾ। ਉਹਨਾਂ ਨੇ ਰੋਸ ਜਤਾਇਆ, ਨਾਰਾਜ਼ਗੀ ਜਤਾਈ ਕਿ ਭਾਰਤ ਤੇ ਪਾਕਿਸਤਾਨ ਦੋਵਾਂ ਦੀ ਪਾਰਲੀਮੈਂਟ ਦੇ ਵਿੱਚ ਇਸ ਨੂੰ ਲੈ ਕੇ ਕੋਈ ਵੀ ਸ਼ੋਕ ਮਤਾ ਨਹੀਂ ਆਇਆ। ਉਹਨਾਂ ਨੇ ਇਹ ਵੀ ਕਿਹਾ ਕਿ ਧਾਰਮਿਕ ਸਥਾਨ ਦੇਖਣ ਦੇ ਲਈ ਖੁੱਲੇ ਵੀਜ਼ੇ ਮਿਲਣ, ਜਨਮ ਵਾਲੀ ਥਾਂ ਦੇਖਣ ਦੇ ਲਈ ਵੀ ਵੀਜ਼ੇ ਮਿਲਣ। ਜਨਮ ਵਾਲੀ ਥਾਂ ਯਾਨੀ ਕਿ ਜੇ ਕੋਈ ਵੀ ਉਸ ਧਰਤੀ ਦੇ ਉੱਤੇ ਪਾਕਿਸਤਾਨ ਦੇ ਵਿੱਚ ਪੈਦਾ ਹੋਇਆ ਜਾਂ ਫਿਰ ਇੱਧਰ ਪੈਦਾ ਹੋਇਆ, ਉਹਨਾਂ ਲੋਕਾਂ ਨੂੰ ਆਪਣੀ ਜਨਮ ਭੂਮੀ ਦੇਖਣ ਦੇ ਲਈ ਆਸਾਨੀ ਦੇ ਨਾਲ ਵੀਜ਼ੇ ਮਿਲਣ। ਤਾਂ 1947 ਦੇ ਵਿੱਚ ਵੰਡ ਵੇਲੇ ਮਾਰੇ ਗਏ ਲੋਕਾਂ ਨੂੰ ਯਾਦ ਕੀਤਾ ਗਿਆ ਹੈ। ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ ਗਈ ਹੈ। ਪਰਸੋਂ ਅਖੰਡ ਪਾਠ ਦੀ ਸ਼ੁਰੂਆਤ ਹੋਈ ਸੀ, ਅੱਜ ਭੋਗ ਪਾਏ ਜਾ ਰਹੇ ਨੇ ਤੇ ਪੰਜਾਬ ਦੇ ਸਾਰੇ ਹੀ ਗੁਰਦੁਆਰਿਆਂ ਦੇ ਵਿੱਚ ਵੰਡ ਵੇਲੇ ਮਾਰੇ ਗਏ ਲੋਕਾਂ ਦੇ ਲਈ ਅਰਦਾਸ ਕੀਤੀ ਜਾ ਰਹੀ ਹੈ। ਵੱਡੀ ਗਿਣਤੀ ਦੇ ਵਿੱਚ ਉਜਾੜਾ ਹੋਇਆ, ਵੱਡੀ ਗਿਣਤੀ ਦੇ ਵਿੱਚ ਲੋਕ ਉਜੜੇ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਕਤਲੇਆਮ 'ਚ ਮਾਰੇ ਗਏ ਜਿਸ ਵੇਲੇ ਪੰਜਾਬ ਦੀ ਬੰਗਾਲ ਦੀ ਵੰਡ ਹੋਈ ਸੀ। ਅੱਜ ਦੇ ਇਸ ਸਮਾਗਮ ਦੇ ਵਿੱਚ ਜਿੱਥੇ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤ ਸ਼ਾਮਲ ਹੈ, ਉੱਥੇ ਹਿੰਦੂ ਭਾਈਚਾਰੇ ਦੇ ਬਹੁਤ ਸਾਰੇ ਲੋਕ, ਮੁਸਲਮਾਨ ਭਾਈਚਾਰੇ ਦੇ ਲੋਕ ਵੀ ਬਹੁਤ ਵੱਡੀ ਗਿਣਤੀ 'ਚ ਸ਼ਾਮਲ ਹੋਏ ਹੈ। ਮੈਂ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਕਰਦਾ। ਅੰਗਰੇਜ਼ਾਂ ਦੇ ਖਿਲਾਫ ਦੋ ਸਟੇਟਾਂ ਦੇ ਜਿਹੜੇ ਲੋਕ ਸੀ, ਉਹਨਾਂ ਨੇ ਸਭ ਤੋਂ ਵੱਧ ਜਦੋਜਹਿਦ ਕੀਤੀ ਤੇ ਦੋਨੋਂ ਹੀ ਸਟੇਟਾਂ ਦੇ ਲੋਕਾਂ ਨੂੰ ਜਿਹੜਾ ਹੈ ਉਹ ਸਜ਼ਾ ਦਿੱਤੀ ਗਈ। ਇੱਕ ਪੰਜਾਬ ਵੰਡਿਆ ਗਿਆ, ਦੂਸਰਾ ਬੰਗਾਲ ਵੰਡਿਆ ਗਿਆ। ਤੁਸੀਂ ਪੜ੍ਹ ਕੇ ਦੇਖੋ, ਸਭ ਤੋਂ ਵੱਧ ਅੰਗਰੇਜ਼ਾਂ ਨਾਲ ਲੜਨ ਵਾਲਿਆਂ ਦੇ ਵਿੱਚ ਪੰਜਾਬੀਆਂ ਦਾ ਯੋਗਦਾਨ ਹੈ, ਸਿੱਖਾਂ ਦਾ ਯੋਗਦਾਨ ਹੈ, ਬੰਗਾਲੀਆਂ ਦਾ ਯੋਗਦਾਨ ਹੈ। ਔਰ ਇਹ ਦੋਨੇ ਸਟੇਟਾਂ ਜਿਹੜੀਆਂ ਸੀ ਉਹ ਤੋੜੀਆਂ ਗਈਆਂ, ਦੋਨੇ ਸਟੇਟਾਂ ਜਿਹੜੀਆਂ ਸੀ ਉਹ ਵੰਡੀਆਂ ਗਈਆਂ ਔਰ ਵੰਡੀਆਂ ਵੀ ਬੜੇ ਭਿਆਨਕ ਤਰੀਕੇ ਦੇ ਨਾਲ ਗਈਆਂ। ਜਿਹੜੀ ਰਾਜਨੀਤੀ ਦੇ ਅੰਦਰ ਧਰਮ ਨਹੀਂ ਹੁੰਦਾ, ਲੇਕਿਨ ਆਪਣੇ ਆਪ ਨੂੰ ਕਾਇਮ ਰੱਖਣ ਦੇ ਲਈ ਉਹ ਰਾਜਨੀਤੀ ਜਦੋਂ ਧਰਮ ਦਾ ਸਹਾਰਾ ਲੈ ਕੇ ਚੱਲਦੀ ਹੈ ਤੇ ਉਹ ਹਮੇਸ਼ਾ ਹੀ ਮਨੁੱਖਤਾ ਦਾ ਨੁਕਸਾਨ ਕਰਦੀ ਹੈ, ਮਾਨਵਤਾ ਦਾ ਨੁਕਸਾਨ ਕਰਦੀ ਹੈ। ਰਾਜਨੀਤੀ ਦੇ ਅੰਦਰ ਧਰਮ ਹੋਣਾ ਚਾਹੀਦਾ ਹੈ, ਲੇਕਿਨ ਜਦੋਂ ਰਾਜਨੀਤੀ ਧਰਮ ਪਾਲਣ ਦੀ ਬਜਾਏ ਸਿਰਫ ਧਰਮ ਦਾ ਆਸਰਾ ਲੈ ਕੇ ਚੱਲਦੀ ਹੈ, ਧਰਮ ਦਾ ਸਹਾਰਾ ਲੈ ਕੇ ਚੱਲਦੀ ਹੈ, ਉਦੋਂ ਫਿਰ ਇਹ ਨਸਲਾਂ ਵੀ ਬਰਬਾਦ ਕਰਦੀ ਹੈ, ਫਸਲਾਂ ਵੀ ਬਰਬਾਦ ਕਰਦੀ ਹੈ, ਕੁਦਰਤ ਨੂੰ ਵੀ ਬਰਬਾਦ ਕਰਦੀ ਹੈ। ਸਾਰੇ ਸਰੋਤ, ਸਾਰੇ ਸਾਧਨ, ਸਾਰੇ ਵਸੀਲਿਆਂ ਨੂੰ ਜਿਹੜਾ ਹੈ ਉਹ ਬਰਬਾਦ ਕਰਦੀ ਹੈ। ਅੱਜ ਅਸੀਂ ਉਹਨਾਂ तमाम ਲੱਖਾਂ ਪੰਜਾਬੀਆਂ ਨੂੰ ਯਾਦ ਕਰ ਰਹੇ, ਕੇਵਲ ਸ੍ਰੀ ਅਕਾਲ ਤਖਤ ਸਾਹਿਬ ਤੇ ਨਹੀਂ
ਬਲਕਿ ਜਿੰਨੇ ਵੀ ਸਾਡੇ ਇਤਿਹਾਸਕ ਸਥਾਨ ਹੈ, ਚਾਹੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਹੈ, ਤਖਤ ਸ੍ਰੀ ਦਮਦਮਾ ਸਾਹਿਬ ਹੈ, ਸ੍ਰੀ ਦਰਬਾਰ ਸਾਹਿਬ, ਸ੍ਰੀ ਮੁਕਤਸਰ ਸਾਹਿਬ ਹੈ, ਜਿੰਨੇ ਵੀ ਗੁਰਧਾਮ ਨੇ ਸਾਡੇ, ਉਹਨਾਂ ਸਾਰੇ ਗੁਰਧਾਮਾਂ ਦੇ ਉੱਤੇ ਅੱਜ ਇਹਨਾਂ ਨੂੰ ਯਾਦ ਕੀਤਾ ਜਾ ਰਿਹਾ ਇੱਥੇ ਕਰੋ ਹਾਂ ਜਿੰਨਾ ਯਾਰ ਮੈਂ ਥੱਲੇ ਕਰੋਗੇ ਪ੍ਰਧਾਨ ਜੀ ਮੂੰਹ ਦੇ ਗਾਲੀ ਕਰੀ ਜਾਂਦੇ ਹੋ। ਆ ਠਾ ਕਰੋ ਟੁੱਟੜ ਆ ਮੇਰਾ ਵੀਰ ਹੋਊਗਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਰਤ ਵਰਸ਼ 75ਵੀਂ ਆਪਣੇ ਵਰ੍ਹੇਗੰਢ ਮਨਾ ਰਿਹਾ ਆਜ਼ਾਦੀ ਦੀ, ਪਰ ਪੰਜਾਬ ਦੇ ਲੋਕਾਂ ਦੇ ਵਿੱਚ ਇਸ ਆਜ਼ਾਦੀ ਦਿਵਸ ਦੀ ਮੈਂ ਸਮਝਦਾ ਖੁਸ਼ੀ ਬਿਲਕੁਲ ਨਹੀਂ ਗੀ। ਉਹਦੇ ਵੱਡੇ ਕਾਰਨ ਕਿ ਸਾਡੇ ਲੰਬੇ ਅਰਸੇ ਤੋਂ ਜਿਹੜੇ ਸਿੱਖ ਨੌਜਵਾਨ ਜਹਾਰੂ ਵੀਰ ਆ, ਉਹ ਅੱਜ ਵੀ 30-35 ਸਾਲ ਦੀ ਜੇਲ੍ਹ ਕੱਟ ਕੇ ਅੱਜ ਵੀ ਜੇਲ੍ਹਾਂ ਦੇ ਵਿੱਚ ਬੰਦ ਆ। ਦੂਸਰਾ ਜਿਹੜਾ ਉੱਜੜ ਕੇ ਆਉਂਦਾ, ਉਸ ਪਰਿਵਾਰ ਨੂੰ ਪਤਾ ਹੁੰਦਾ ਜਿਲੇ ਜਾਇਦਾਦਾਂ ਤੇ ਸਾਰਾ ਕੁਝ ਛੱਡ ਕੇ ਆਉਣਾ ਪਵੇ, ਜਿਵੇਂ ਅੱਜ ਅਫਗਾਨਿਸਤਾਨ ਦੇ ਵਿੱਚੋਂ ਲੋਕ ਉੱਜੜ ਹੋ ਕੇ ਆ ਰਹੇ ਆ। ਔਰ ਇਸ ਪੰਜਾਬ ਦਾ ਜਿਹੜਾ ਕਲਚਰ ਸੀ ਉਹ ਵੀ ਖਤਮ ਕੀਤਾ। ਗੁਰਾਂ ਦੇ ਨਾਂ ਦੇ ਧਰਤੀ ਜਿਹੜੀ ਵਰਸਦੀ ਸੀ ਉਹਨੂੰ ਵੀ ਦੋ ਤਾਂ ਹੀ ਕੀਤਾ। ਔਰ ਇਸ ਪੰਜਾਬ ਦੀ ਵੰਡ ਨੇ ਸਾਡੇ ਬਹੁਤ ਸਾਰੇ ਗੁਰਧਾਮ ਪਾਕਿਸਤਾਨ ਦੇ ਵਿੱਚ ਰਹਿ ਗਏ, ਜਿਨ੍ਹਾਂ ਦੀ ਅੱਜ ਸੇਵਾ ਸੰਭਾਲ ਕੁਛ ਅਸਥਾਨਾਂ ਦੀ ਹੋ ਰਹੀ, ਕੁਛ ਅਸਥਾਨ ਅਣਗੌਲੇ ਕੀਤੇ ਗਏ ਜਾ ਰਹੇ। ਸੋ ਇਸ ਕਰਕੇ ਅੱਜ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ, ਉਹਨਾਂ ਨੇ ਇਹ 75ਵੀਂ ਵਰ੍ਹੇਗੰਢ ਦੇ ਉੱਤੇ ਅਰਦਾਸ ਦਿਵਸ ਦੇ ਰੂਪ ਦੇ ਵਿੱਚ ਸਾਨੂੰ ਸਾਰਿਆਂ ਨੂੰ ਹਦਾਇਤ ਕੀਤੀ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ 13 ਤਰੀਕ ਨੂੰ ਇਹ ਰੋਸ ਦਿਵਸ ਵੀ ਮਨਾਇਆ ਗਿਆ, ਕਾਲੀਆਂ ਝੰਡੀਆਂ, ਕਾਲੀਆਂ ਦਸਤਾਰਾਂ ਸਜਾ ਕੇ। ਔਰ ਅੱਜ ਸਾਰੇ ਇਸ ਪੰਜਾਬ ਦੀ ਧਰਤੀ ਦੇ ਵਿੱਚ ਜਿੰਨੇ ਵੀ ਇਤਿਹਾਸਕ ਸਥਾਨ ਹੈ, ਉਹਨਾਂ ਸਾਰਿਆਂ ਤੇ ਅਰਦਾਸ ਦਿਵਸ ਦੇ ਰੂਪ ਦੇ ਵਿੱਚ ਇਹ ਜਿਹੜੀ ਵਰ੍ਹੇਗੰਢ ਮਨਾਈ ਜਾ ਰਹੀ ਹੈ। ਔਰ ਉਹ ਮਹਾਨ ਜਿਹੜੀਆਂ ਰੂਹਾਂ ਆ ਪਿੱਛੇ ਜਾਏ ਹੁਣ ਐਪੀਸੋਡ ਵੀ ਚੱਲਦੇ ਸੀ, ਕੋਈ 75 ਸਾਲ ਦਾ ਵਿਛੜਿਆ, ਕੋਈ 96 ਸਾਲ ਦੀ ਆਜੂ ਦਾ ਹੋ ਗਿਆ, ਅੱਖਾਂ 'ਚ ਰੋਸ਼ਨੀ ਨਹੀਂ ਰਹੀ, ਉਸ ਧਰਤੀ ਨੂੰ ਤਰਸਦਾ ਜਿਸ ਧਰਤੀ ਦੇ ਉੱਤੇ ਉਹਨੇ ਜਨਮ ਲਿਆ। ਔਰ ਇਹ ਵੀ ਗੱਲ ਹਕੀਕਤ ਆ ਕਿ ਜਿੱਥੇ ਮਨੁੱਖ ਨੇ ਆਪਣੀ ਜਵਾਨੀ ਦੇ ਕੁਝ ਦਿਨ ਕੱਟੇ ਹੋਣ ਜਾਂ ਕੋਈ ਸਮਾਂ ਸਫ਼ਰ ਜ਼ਿੰਦਗੀ ਦਾ ਕੱਟਿਆ ਹੋਵੇ, ਉੱਥੇ ਉਹਨੂੰ ਹਮੇਸ਼ਾ ਇਹ ਯਾਦ ਜਿਹੜੀ ਆ ਉਹ ਦਿਲ ਦੇ ਵਿੱਚ ਰਹਿੰਦੀ ਆ। ਔਰ ਉਹ ਜਿਹੜੀਆਂ ਯਾਦਾਂ ਅੱਜ ਉਹ ਤਾਜ਼ੀਆਂ ਕਰਨ ਲਈ ਲੋਕ ਜਿਹੜੇ ਤਰਸ ਰਹੇ ਆ। ਅੱਜ ਗੁਰਧਾਮਾਂ ਦੀ ਯਾਤਰਾ ਲਈ ਉਹ ਵੀ ਸਾਨੂੰ ਵਿਸ਼ੇਸ਼ ਤੌਰ ਤੇ ਵੀਜ਼ੇ ਲੈਣੇ ਪੈਂਦੇ ਆ। ਔਰ ਕਈ ਵਾਰੀ ਸੰਗਤ ਦੇ ਵਿੱਚ ਜੇ 3000 ਦੇ ਜਥੇ ਦੀ ਮਨਜ਼ੂਰੀ ਹੋਈ 2000 ਵੀਜ਼ਾ ਆਉਂਦਾ। ਸੋ ਮੈਂ ਸਮਝਦਾ ਇਸ ਦੇਸ਼ ਦੀ ਵੰਡ ਨੇ ਪੰਜਾਬ ਦੇ ਲੋਕਾਂ ਨਾਲ ਇੱਕ ਬਹੁਤ ਵੱਡਾ ਵਿਤਕਰਾ ਕੀਤਾ। ਸਾਨੂੰ ਵੱਖ-ਵੱਖ ਮੰਡੀਆਂ ਦੇ ਵਿੱਚ ਵੰਡਿਆ ਗਿਆ। ਪੰਜਾਬ ਦਾ ਅੱਜ ਬੇਜਰ ਬੋਲੀ ਵਾਲਾ ਪੰਜਾਬ ਦਾ ਹਿੱਸਾ ਉਹ ਉੱਤਰ ਵਾਲੇ ਪਾਸੇ, ਪਾਕਿਸਤਾਨ ਵਾਲੇ ਪਾਸੇ ਰਹਿ ਗਿਆ। ਔਰ ਸਾਡਾ ਜਿਹੜਾ ਇਹ ਪੰਜਾਬ, ਇਸ ਪੰਜਾਬ ਦੀ ਵੀ ਭੂਗੋਲਿਕ ਤੌਰ ਤੇ ਜਿਹੜੀ ਸਥਿਤੀ ਆ ਉਹ ਉਸ ਅਨੁਸਾਰ ਨਹੀਂ ਜਿਸ ਆਸੇ ਅਨੁਸਾਰ ਰਹਿਣੀ ਚਾਹੀਦੀ ਸੀ। ਸੋ ਗੁਰੂ ਸਾਹਿਬ ਕਿਰਪਾ ਕਰਨ, ਜਿਨ੍ਹਾਂ ਦੇ ਉੱਜੜ ਜਾਂਦੇ ਆ ਉਹਨਾਂ ਨੂੰ ਪਤਾ ਹੁੰਦਾ ਜਖਨ ਕੀ ਆ। ਜਿਹਦੀ ਕਿਸੇ ਦੀ ਧੀ ਭੈਣ ਉੱਜੜ ਗਈ, ਜੇ ਪਾਕਿਸਤਾਨ ਦੇ ਵਿੱਚ ਕੋਈ ਸਿੱਖਾਂ ਦੀ ਬੇਟੀ ਰਹਿ ਗਈ, ਉਹਨੂੰ ਮੁਸਲਮਾਨ ਬਣ ਕੇ ਆਪਣਾ ਧਰਮ ਛੱਡਣਾ ਪਿਆ। ਜਿਹੜਾ ਕੋਈ ਮੁਸਲਮਾਨਾਂ ਦਾ ਵੀਰ ਭੈਣ ਇੱਧਰ ਰਹਿ ਗਏ, ਉਹਨਾਂ ਨੂੰ ਆਪਣਾ ਧਰਮ ਛੱਡਣਾ ਪਿਆ। ਸਿੱਖ ਦਾ ਕਿਸੇ ਦਾ ਧਰਮ ਛਡਾਉਂਦਾ ਨਹੀਂ, ਸਰਬੱਤ ਦੇ ਭਲੇ ਦੀ ਗੱਲ ਕਰਦਾ, ਹਰੇਕ ਨੂੰ ਗਲ ਲਾਉਂਦਾ, ਪਰ ਕਈ ਵਾਰੀ ਮਜਬੂਰੀਆਂ ਬਣ ਜਾਂਦੀਆਂ। ਉਹ ਮੈਂ ਸਮਝਦਾ ਉਹ ਪਰਿਵਾਰ ਹੀ ਜਾਣਦੇ ਆ ਉਹਨਾਂ ਦੁੱਖਾਂ ਨੂੰ ਤੇ ਉਹਨਾਂ ਮਜਬੂਰੀਆਂ ਨੂੰ। ਸੋ ਗੁਰੂ ਸਾਹਿਬ ਕਿਰਪਾ ਕਰਨ, ਅੱਜ ਅੰਮ੍ਰਿਤ ਵੇਲੇ ਸ਼੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਪਏ। ਉਪਰੰਤ ਅਰਦਾਸ ਦਿਵਸ ਦੇ ਰੂਪ ਦੇ ਵਿੱਚ ਸਿੰਘ ਸਾਹਿਬ ਨੇ ਆਪਣਾ ਸੰਦੇਸ਼ ਵੀ ਦਿੱਤਾ। ਬਹੁਤ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ, ਹੋਰ ਰਾਜਨੀਤਿਕ ਸਾਡੇ ਸ਼ਖਸੀਅਤਾਂ ਸਾਰੀਆਂ ਪਹੁੰਚੀਆਂ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਦੇਖੋ ਜਥੇਦਾਰ ਸਾਹਿਬ ਨਾਲ ਬੈਠ ਕੇ ਸਲਾਹ ਕਰਾਂਗੇ, ਕਿਉਂਕਿ ਸਿੰਘ ਸਾਹਿਬ ਨੇ ਇਹ ਆਦੇਸ਼ ਦਿੱਤਾ ਸੀ। ਹੁਣ ਬੈਠ ਕੇ ਉਹਨਾਂ ਨਾਲ ਸਲਾਹ ਕਰਾਂਗੇ। ਮੰਨੇ ਤਾਂ ਬਹੁਤ ਚੰਗੀ ਗੱਲ ਆ, ਕਿਉਂਕਿ ਕਈ ਉਹਨਾਂ ਦੇ ਵਿੱਚ ਉਹ ਵੀ ਸੀਗੇ ਜਿਹੜੇ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਬਚਾਉਂਦੇ।
ਔਰ ਉਹਨਾਂ ਦੇ ਜਿਹੜੇ ਪ੍ਰਾਣ ਵੀ ਤੁਸੀਂ ਦੇਖੋ, ਮੈਨੂੰ ਬਜ਼ੁਰਗ ਕਈ ਦੱਸਦੇ ਆ, ਕਈ ਤੜਫ ਕੇ 3 4 ਦਿਨ 5 ਦਿਨ ਤੜਫ ਕੇ ਮਰੇ। ਇੱਕ ਵਾਰੀ ਮਰ ਜਾਣਾ ਜਿਹੜਾ ਉਹ ਬੰਦਾ ਸਾਹ ਲੈ ਲੈਂਦਾ, ਪਰ ਜੇ ਤੜਫ ਕੇ ਮਰਨਾ ਪਵੇ ਤੇ ਕਿਹੋ ਜਿਹੀ ਜ਼ਿੰਦਗੀ ਹੁੰਦੀ ਆ। ਤੇ ਜਥੇਦਾਰ ਸਾਹਿਬ ਨੂੰ ਬੇਨਤੀ ਕਰਾਂਗੇ ਵੀ ਹਰੇਕ ਸਾਲ ਹੀ ਇਹ 75ਵੀਂ ਆਪਾਂ ਜਿਹੜੀ ਆਉਂਦੀ 15 ਅਗਸਤ ਇਹਨੂੰ ਆਪਾਂ ਅਰਦਾਸ ਦਿਵਸ ਦੇ ਵਿੱਚ ਮਨਾਇਆ ਕਰੀਏ। ਵਾਹਿਗੁਰੂ ਜੀ ਕਾ ਖਾਲਸਾ। ਤਾਂ ਸਮੂਹਿਕ ਅਰਦਾਸ ਕੀਤੀ ਗਈ ਹੈ। 1947 ਦੇ ਵਿੱਚ ਵੰਡ ਵੇਲੇ ਮਾਰੇ ਗਏ ਲੋਕਾਂ ਨੂੰ ਯਾਦ ਕੀਤਾ ਹੈ। ਲੱਖਾਂ ਲੋਕ ਉਸ ਵੇਲੇ ਮਾਰੇ ਗਏ। ਪੰਜਾਬ ਤੇ ਬੰਗਾਲ ਦੀ ਵੰਡ ਹੋਈ। ਇਹ ਦੋਵੇਂ ਸੂਬੇ ਸੀ ਜਿਹੜੇ ਇਸ ਪਾਰਟੀਸ਼ਨ ਜਿਨ੍ਹਾਂ ਨੇ ਦੇਖੀ, ਵੰਡ ਦੇਖੀ। ਬਹੁਤ ਸਾਰੇ ਲੋਕ ਉਜੜੇ, ਉਹਨਾਂ ਨੂੰ ਆਪਣੀ ਜਨਮ ਭੂਮੀ ਛੱਡਣੀ ਪਈ। ਬਹੁਤ ਸਾਰਾ ਕਤਲੇਆਮ ਵੀ ਹੋਇਆ। ਹਾਲਾਂਕਿ ਭਾਈਚਾਰੇ ਦੀਆਂ ਮਿਸਾਲਾਂ ਵੀ ਬਹੁਤ ਸਾਰੀਆਂ ਇਸ ਸਭ ਦੇ ਦਰਮਿਆਨ ਮਿਲੀਆਂ। ਤਾਂ ਉਸ ਦਿਨ ਨੂੰ ਯਾਦ ਕਰਦੇ ਹੋਏ ਸਮੂਹਿਕ ਅਰਦਾਸ ਕੀਤੀ ਗਈ ਹੈ। ਸਾਡੇ ਸਹਿਯੋਗੀ ਜੁੜੇ ਨੇ ਜਲੰਧਰ ਤੋਂ, ਸੁਰਿੰਦਰ ਕੰਬੋਜ ਜੁੜੇ ਨੇ, ਪਟਿਆਲਾ ਤੋਂ ਮਨੋਜ ਸ਼ਰਮਾ ਜੁੜੇ ਨੇ। ਪਹਿਲਾਂ ਜਲੰਧਰ ਦਾ ਰੁਖ ਕਰਦੇ ਹਾਂ। ਸੁਰਿੰਦਰ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਾਫੀ ਕੁਝ ਕਿਹਾ। ਉਹਨਾਂ ਨੇ ਕਿਹਾ ਕਿ ਇਹ ਉਹ ਸਮਾਂ ਸੀ ਜਦੋਂ ਪੰਜਾਬ ਤੇ ਬੰਗਾਲ ਉਜੜਿਆ, ਪੰਜਾਬ ਤੇ ਬੰਗਾਲ ਦੀ ਵੰਡ ਹੋਈ। ਬਹੁਤ ਸਾਰੇ ਲੋਕਾਂ ਨੇ ਆਪਣੇ ਪਿੰਡੇ ਤੇ ਇਹ ਸਾਰਾ ਕੁਝ ਸਹਾਰਿਆ, ਕਤਲੇਆਮ ਵੀ ਹੋਇਆ ਤੇ ਉਹਨਾਂ ਲੋਕਾਂ ਨੂੰ ਯਾਦ ਕੀਤਾ ਗਿਆ, ਅਰਦਾਸ ਕੀਤੀ ਗਈ ਹੈ। ਜਲੰਧਰ ਦੀ ਤਸਵੀਰ ਅਸੀਂ ਦੇਖ ਪਾ ਰਹੇ ਹਾਂ। ਕੀ ਕੁਝ ਇੱਥੇ ਲੋਕਾਂ ਦਾ ਕਹਿਣਾ ਹੈ? ਗੁਰਦੁਆਰਾ ਸਾਹਿਬ ਪਹੁੰਚੇ ਹੋਏ ਨੇ, ਅਰਦਾਸ ਕੀਤੀ ਜਾ ਰਹੀ ਹੈ। ਬਿਲਕੁਲ ਅਰਸ਼, ਜਿੱਦਾਂ ਕਿ ਹਰਪ੍ਰੀਤ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਅਕਾਲ ਤਖਤ ਦੇ ਜਥੇਦਾਰ ਹੈਗੇ, ਉਹਨਾਂ ਵੱਲੋਂ ਤਮਾਮ ਜਿਹੜੇ ਹਿੰਦੁਸਤਾਨ ਦੇ ਲੋਕ ਹੈਗੇ, ਪੰਜਾਬੀ ਬੋਲਣ ਵਾਲੇ ਲੋਕ ਹੈਗੇ ਜਾਂ ਹੋਰ ਧਰਮਾਂ ਨੂੰ ਜਿਹੜੇ ਮੰਨਣ ਵਾਲੇ ਲੋਕ ਹੈਗੇ ਆ, ਉਹਨਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਲੋਕ ਵੰਡ ਸਮੇਂ 1947 ਦੀ ਵੰਡ ਸਮੇਂ ਜਿਹੜੇ ਲੋਕ ਮਾਰੇ ਗਏ ਸੀ, ਜਿਨ੍ਹਾਂ ਦਾ ਕਤਲੇਆਮ ਹੋ ਗਿਆ ਸੀ, ਉਹਨਾਂ ਨੂੰ ਯਾਦ ਕੀਤਾ ਜਾਵੇ, ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਜਾਵੇ। ਔਰ ਤਸਵੀਰਾਂ ਦੇਖ ਸਕਦੇ ਹੋ ਇਸ ਵੇਲੇ ਹੁਕਮਨਾਮੇ ਲਏ ਜਾਣ ਲਈ ਥੋੜੀ ਦੇਰ ਪਹਿਲਾਂ ਅਰਦਾਸ ਹੋਈ ਸੀਗੀ ਔਰ ਸਿੱਖ ਸੰਗਤ ਵੱਲੋਂ ਗੁਰਦੁਆਰੇ ਵਿੱਚ ਅਰਦਾਸ ਕੀਤੀ ਗਈ ਆ ਉਹਨਾਂ ਲੋਕਾਂ ਲਈ ਜਿਹੜੇ ਲੋਕ 1947 ਦੀ ਵੰਡ ਸਮੇਂ ਮਾਰੇ ਗਏ ਸਨ, ਉਹਨਾਂ ਨੂੰ ਯਾਦ ਕੀਤਾ ਗਿਆ। ਔਰ ਤਮਾਮ ਸਿੱਖ ਭਾਈਚਾਰੇ ਨੂੰ ਲੋਕ ਜਿਹੜੇ ਸੰਬੰਧਿਤ ਹੈਗੇ ਨੇ ਜਾਂ ਹੋਰ ਧਰਮਾਂ ਨਾਲ ਵੀ ਜਿਹੜੇ ਸੰਬੰਧਿਤ ਲੋਕ ਹੈਗੇ ਨੇ, ਉਹਨਾਂ ਲਈ ਅਰਦਾਸ ਕੀਤੀ ਆ, ਉਹਨਾਂ ਨੂੰ ਯਾਦ ਕੀਤਾ ਗਿਆ। ਔਰ ਹਰ ਸਾਲ ਇਹ ਜਿੱਦਾਂ ਹੁਣੀ ਜਿਹੜੇ ਜਥੇਦਾਰ ਸੀਗੇ ਉਹਨਾਂ ਨੇ ਵੀ ਕਿਹਾ ਹੈਗਾ ਵੀ ਹਰ ਸਾਲ ਅਸੀਂ ਇਹ ਪ੍ਰੋਗਰਾਮ ਲਿਖਾਂਗੇ ਤੇ ਇਹਨਾਂ ਜਿਹੜੇ ਲੋਕ ਉੱਥੇ ਵੰਡ ਸਮੇਂ ਜਿਹੜੇ ਕਤਲੇਆਮ ਹੋਏ ਸੀ ਉਹਨਾਂ ਨੂੰ ਯਾਦ ਕਰਾਂਗੇ। ਪ੍ਰਧਾਨ ਸਾਹਿਬ ਹੈਗੇ, ਉਹਨਾਂ ਨਾਲ ਗੱਲ ਕਰਦੇ। ਪ੍ਰਧਾਨ ਜੀ, ਅਰਦਾਸ ਕੀਤੀ ਗਈ ਉਹਨਾਂ ਲੋਕਾਂ ਲਈ ਜਿਹੜੇ ਲੋਕ ਵੰਡ ਸਮੇਂ ਕਤਲੇਆਮ ਹੋਇਆ ਸੀ ਜਾਂ ਮਾਰੇ ਗਏ ਸੀਗੇ, ਇਹ ਪ੍ਰੋਗਰਾਮ ਹਰ ਸਾਲ ਇਦਾਂ ਹੀ ਲਿਖਿਆ ਜਾਏਗਾ। ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਸੀ ਕਿ ਸਾਰੀਆਂ ਸੰਗਤਾਂ ਜਿਹੜੀਆਂ ਨੇ ਉਹ ਗੁਰਦੁਆਰਿਆਂ ਵਿੱਚ 10:20 ਦੇ ਅਰਦਾਸ ਕਰਨ। ਉਹਨਾਂ ਹੁਕਮ ਦੀ ਪਾਲਣਾ ਕੀਤੀ ਗਈ ਹੈ ਤੇ ਅੱਗੇ ਤੋਂ ਵੀ ਅਸੀਂ ਹਰ ਸਾਲ ਉਹਨਾਂ ਵਾਸਤੇ ਅਰਦਾਸ ਕਰਦੇ ਰਵਾਂਗੇ, ਕਿਉਂਕਿ ਜਿਹੜੀ ਵੰਡ ਹੋਈ ਸੀ ਨਾ, ਇਹ ਵੰਡ ਵੈਸੇ ਬੇਸਿਕ ਤੌਰ ਤੇ ਗਲਤ ਵੰਡ ਹੋਈ ਸੀ, ਕਿਉਂਕਿ ਦੇਸ਼ ਨੂੰ ਵੰਡਣ ਕਰਕੇ ਜਿਨ੍ਹਾਂ ਨੇ ਇੰਨੀਆਂ ਸ਼ਹੀਦੀਆਂ ਪਾਈਆਂ ਸੀ ਸਿੱਖ ਕੌਮ ਨੇ, ਉਹਨਾਂ ਦੀ ਵੰਡ ਹੋ ਗਈ। ਪੰਜਾਬ ਸਾਡਾ ਪੁਰਾਣਾ ਤੋਂ ਪਿਆਰਾ ਸੀ, 5 ਦਰਿਆਵਾਂ ਦੀ ਧਰਤੀ ਸਾਡੀ ਹਿੱਕ ਚੀੜ ਕੇ ਇਹਨਾਂ ਨੇ ਲੋਕਾਂ ਨੇ ਉਹਦੀ ਵੰਡ ਕੀਤੀ। ਜਿਨ੍ਹਾਂ ਨੂੰ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ, ਸਭ ਤੋਂ ਵੱਧ ਜਿਨ੍ਹਾਂ ਨੂੰ ਸੇਕ ਲੱਗਾ, ਨੁਕਸਾਨ ਹੋਇਆ, 10 ਲੱਖ ਤੋਂ ਵੱਧ ਪੰਜਾਬੀ ਜਿਹੜੇ ਨਾ ਇਸ ਦੀ ਭੇਟ ਚੜ੍ਹ ਗਏ। ਉਹਨਾਂ 'ਚ ਬਹੁਤੇ ਸਿੱਖ ਸਨ ਤੇ ਉਹਨਾਂ ਸਿੱਖਾਂ ਨੂੰ ਹੀ ਨੁਕਸਾਨ ਹੋਇਆ ਇਸ ਦੇਸ਼ ਦੀ ਆਜ਼ਾਦੀ ਦਾ, ਕਿ ਅੱਜ ਵੀ ਅਸੀਂ ਪਹਿਲਾਂ ਅਸੀਂ ਅੰਗਰੇਜ਼ਾਂ ਨਾਲ ਲੜਦੇ ਸੀ, ਅੱਜ ਅਸੀਂ ਇਹਨਾਂ ਨਾਲ ਲੜ ਰਹੇ ਹਾਂ। ਅੱਜ ਸਾਨੂੰ ਪੰਜਾਬ ਦੇ ਵਿੱਚ ਵੀ ਮਤਲਬ ਕਿ ਆਜ਼ਾਦੀ ਦੀ ਉਹ ਜਿਹੜੀ ਮਹਿਕ ਕਹਿੰਦੇ ਸੀ, ਕਿਉਂਕਿ ਜਵਾਹਰ ਲਾਲ ਨਹਿਰੂ ਨੇ ਤੇ ਗਾਂਧੀ ਨੇ ਸਾਡੇ ਸਿੱਖਾਂ ਨਾਲ ਉਸ ਵੇਲੇ ਦੇ ਜਿਹੜੇ ਅਕਾਲੀ ਸਨ ਉਹਨਾਂ ਨਾਲ ਗੱਲ ਕੀਤੀ ਸੀ ਕਿ ਤੁਸੀਂ ਪੰਜਾਬ ਦੀ ਵੰਡ ਸਮੇਂ ਸਾਡੇ ਨਾਲ ਖੜੇ ਹੋਵੋ, ਦੇਸ਼ ਉਧਰ ਨਾ ਜਾਵੇ ਪਾਕਿਸਤਾਨ ਵੱਲ। ਤੇ ਜਦੋਂ ਇਹ ਵੰਡ ਆਜ਼ਾਦੀ ਮਿਲੀ, ਅਸੀਂ ਤੁਹਾਨੂੰ ਇੱਕ ਐਸਾ ਖਿੱਤਾ ਦੇਵਾਂਗੇ ਜਿਹਦੇ ਵਿੱਚ ਸਿੱਖ ਜਿਹੜੇ ਨੇ ਉਹ ਆਪਣੀ ਆਜ਼ਾਦੀ ਦਾ ਸੁੱਖ ਮਾਣ ਸਕਣ। ਪਰ ਉਹ ਹੁਣ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਕਿਹਾ, ਸੰਨ 48 ਵਿੱਚ ਗੱਲ ਹੋਈ ਤੇ ਉਹ ਕਹਿੰਦੇ ਜੀ ਹੁਣ ਉਹ ਸਮਾਂ ਬੀਤ ਗਿਆ ਹੈ। ਉਹ ਧੋਖਾ ਹੋਇਆ ਸਾਡੇ ਨਾਲ, ਤੇ ਧੋਖਿਆ ਵੀ ਸਾਡੇ ਨਾਲ ਹੋਇਆ, ਨੁਕਸਾਨ ਵੀ ਸਾਡਾ ਹੋਇਆ। ਤੇ ਅੱਜ ਵੀ ਜਿਹੜੇ ਹਿੰਦੁਸਤਾਨ ਦੇ ਵਿੱਚ ਕੱਲ ਇਹਨਾਂ ਨੇ ਬਲਾਤਕਾਰੀ ਛੱਡ ਦਿੱਤੇ, ਜਿਨ੍ਹਾਂ ਨੇ ਬਲਾਤਕਾਰ ਕੀਤਾ ਸੀ ਲੋਕਾਂ ਦੀਆਂ ਧੀਆਂ ਭੈਣਾਂ ਨਾਲ, ਉਹ 10-12 ਇਹਨਾਂ ਨੇ ਕੱਲ ਛੱਡ ਦਿੱਤੇ ਨੇ। ਲੇਕਿਨ ਸਾਡੇ ਨੌਜਵਾਨ ਜਿਹੜੇ 30-30 ਸਾਲ ਦੇ ਜੇਲ੍ਹਾਂ ਵਿੱਚ ਬੰਦ ਸੀ, ਬੁੱਢੇ ਹੋ ਗਏ ਨੇ, ਜਿਹੜੇ ਆਪਣੀ ਸਜ਼ਾ ਵੀ ਪੂਰੀ ਕਰ ਚੁੱਕੇ, ਉਹਨੇ ਛੱਡਦੇ ਪਏ। ਇਸ ਕਰਕੇ ਜਿਹੜੀ ਆਜ਼ਾਦੀ ਹੈ ਦੇਸ਼ ਵਾਸਤੇ, ਅਸੀਂ ਤਿਰੰਗੇ ਦਾ ਵੀ ਸਤਿਕਾਰ ਕਰਦੇ, ਐਸੀ ਗੱਲ ਨਹੀਂ ਹੈ। ਲੇਕਿਨ ਪਰ ਇਹ ਨਹੀਂ ਹੈ ਕਿ ਅਸੀਂ ਤਿਰੰਗੇ ਦਾ ਸਤਿਕਾਰ ਕਰੀਏ, ਅਸੀਂ ਇਹਨਾਂ ਦਾ ਜੇ ਹਰ ਗੱਲ 'ਚ ਹਮਾਇਤ ਕਰੀਏ ਤੇ ਸਾਡੇ ਨਾਲ ਇਹ ਮਤਲਬ ਵਿਤਕਰਾ ਕਰਨ, ਇਹ ਸਾਨੂੰ ਪਸੰਦ ਨਹੀਂ ਹੈਗਾ। ਅਸੀਂ ਜੀ ਸੁਰਿੰਦਰ, ਅਰਦਾਸ ਕੀਤੀ ਜਾ ਰਹੀ ਹੈ ਗੁਰਦੁਆਰਿਆਂ ਦੇ ਵਿੱਚ ਵੀ, ਤੇ ਅਸੀਂ ਪਟਿਆਲਾ ਦਾ ਵੀ ਰੁਖ ਕਰ ਲੈਂਦੇ ਹਾਂ।
ਪਟਿਆਲਾ ਤੋਂ ਸਾਡੇ ਸਹਿਯੋਗੀ ਮਨੋਜ ਸ਼ਰਮਾ ਜੁੜੇ ਹੋਏ ਨੇ, ਪ੍ਰਾਚੀਨ ਰਾਮ ਮੰਦਿਰ ਤੋਂ ਜੁੜੇ ਹੋਏ ਨੇ। ਮਨੋਜ, ਕੀ ਕੁਝ ਤਸਵੀਰ ਹੈ ਉੱਥੇ? ਜੀ ਬਿਲਕੁਲ ਅਰਸ਼ਦੀਪ, ਜਿਸ ਤਰ੍ਹਾਂ ਗਿਆਨੀ ਜਿਹੜੇ ਹਰਪ੍ਰੀਤ ਸਿੰਘ ਨੇ ਉਹਨਾਂ ਨੇ ਸੰਦੇਸ਼ ਦਿੱਤਾ ਸੀ ਕਿ ਜਿਹੜੇ 1947 ਦੇ ਵਿੱਚ ਲੋਕ ਮਾਰੇ ਗਏ ਸੀ ਉਹਨਾਂ ਦੇ ਲਈ ਅਰਦਾਸ ਕੀਤੀ ਜਾਵੇ, ਤਾਂ ਹਿੰਦੂ ਧਰਮ ਦੇ ਵੱਲੋਂ, ਸਨਾਤਨ ਧਰਮ ਦੇ ਵੱਲੋਂ ਵੀ ਉਹਨਾਂ ਦੀ ਆਤਮਿਕ ਸ਼ਾਂਤੀ ਦੇ ਲਈ ਉਹਨਾਂ ਦੇ ਲਈ ਪ੍ਰਾਰਥਨਾ ਕੀਤੀ ਜਾ ਰਹੀ ਹੈ। ਜਿਹੜਾ ਪਟਿਆਲੇ ਦਾ ਪ੍ਰਾਚੀਨ ਮੰਦਿਰ ਹੈਗਾ, ਰਾਧਾ ਕ੍ਰਿਸ਼ਨ ਮੰਦਿਰ, ਸ਼੍ਰੀ ਰਾਮ ਮੰਦਿਰ ਹੈਗਾ, ਉਹਦੇ 'ਚ ਹਵਨ ਕੀਤਾ ਜਾ ਰਿਹਾ ਹੈਗਾ। ਜਿਹੜੇ ਸਨਾਤਨ ਧਰਮ ਦੇ ਲੋਕ ਨੇਗੇ ਉਹ ਇਸ ਹਵਨ ਦੇ ਵਿੱਚ ਆਹੂਤੀਆਂ ਪਾ ਕੇ ਆਪਣੇ ਧਰਮ ਦੇ ਅਨੁਸਾਰ ਉਹਨਾਂ ਦੇ ਲਈ ਪ੍ਰਾਰਥਨਾ ਕਰ ਰਹੇ ਨੇ, ਅਰਦਾਸ ਕਰ ਰਹੇ ਨੇ ਕਿ ਤੁਸੀਂ ਦੇਖ ਸਕਦੇ ਹੋ। ਤੇ ਨਾਲ ਹੀ ਮੇਰੇ ਜਿਹੜੇ ਹਿੰਦੂ ਧਰਮ ਦੇ, ਸਨਾਤਨ ਧਰਮ ਦੇ ਵਿਅਕਤੀ ਨੇ ਉਹਨਾਂ ਨਾਲ ਵੀ ਗੱਲ ਕਰ ਲੈਂਦੇ ਆ। ਸ਼ਰਮਾ ਜੀ, ਕਿਸ ਤਰ੍ਹਾਂ ਦੇ ਆਯੋਜਨ ਕੀਤਾ ਆਪਾਂ ਤੇ ਅੱਗੇ ਵੀ ਕਿਸ ਤਰ੍ਹਾਂ ਦੀ ਪ੍ਰਾਰਥਨਾ ਕਰਦੇ ਰਹਾਂਗੇ ਆਪਾਂ? ਅੱਜ ਜਿਹੜਾ ਹਿਊਮਨ ਸਰਵਿਸ ਸੁਸਾਇਟੀ ਵੱਲੋਂ ਇਹ ਉਪਰਾਲਾ ਕੀਤਾ ਗਿਆ, ਜੋ ਸਾਡੇ ਭੈਣ ਭਰਾ ਸਨ 1947 ਦੇ ਅੰਦਰ ਸ਼ਹੀਦ ਹੋਏ ਆ, ਸ਼ਹੀਦੀਆਂ ਪ੍ਰਾਪਤ ਕੀਤੀਆਂ, ਉਹਨਾਂ ਦੀ ਯਾਦ 'ਚ, ਉਹ ਚਾਹੇ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਨੇ, ਉਹਨਾਂ ਦੀ ਯਾਦ 'ਚ ਅੱਜ ਹਵਨ ਯੱਗ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਪ੍ਰਸ਼ਾਦ ਵੀ ਜਿਹੜਾ ਉਹਨਾਂ ਦੀ ਯਾਦ 'ਚ ਆਏ ਸੱਜਣਾਂ ਨੂੰ ਦਿੱਤਾ ਜਾਵੇਗਾ। ਸੋ ਅੱਜ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਇਹ ਹਵਨ ਯੱਗ ਦੀ ਵਿਵਸਥਾ ਕੀਤੀ ਗਈ ਹੈ ਪਟਿਆਲਾ। ਜਤਿੰਦਰ ਜੀ, ਕਿਸ ਤਰ੍ਹਾਂ ਲੱਗਦਾ ਹੈ ਸਨਾਤਨ ਧਰਮ ਦੇ ਵੱਲੋਂ ਪ੍ਰਾਰਥਨਾ ਕੀਤੀ ਜਾ ਰਹੀ ਹੈ, ਸਾਰੇ ਧਰਮਾਂ ਦੇ ਲੋਕਾਂ ਦੇ ਲਈ ਆਪਾਂ ਪ੍ਰਾਰਥਨਾ ਕਰ ਰਹੇ ਹਾਂ? ਹਾਂਜੀ, ਸਾਡੀ ਟੀਮ ਸਾਰੇ ਹਿੰਦੂ, ਸਿੱਖ ਭਾਈਚਾਰਾ ਜੋ ਵੀ ਹੈਗਾ, ਆਪਣਾ ਮੁਸਲਮਾਨ ਭਾਈਚਾਰਾ, ਉਹਨਾਂ ਦੇ ਸਾਰੇ ਹੀ ਸਾਡਾ ਭਾਈ ਆ ਤੇ ਉਹਨਾਂ ਦੇ ਸਾਰਿਆਂ ਵਾਸਤੇ ਹੀ ਅਸੀਂ ਇਹ ਯੱਗ ਰੱਖਿਆ ਵੀ ਸਨਾਤਨ ਧਰਮ ਵਿੱਚ ਸਾਰੇ ਹੀ ਆ ਜਾਂਦੇ ਆ, ਸਾਰੇ ਧਰਮਾਂ ਦਾ ਅਸੀਂ ਬਰਾਬਰ ਸਤਿਕਾਰ ਕਰਦੇ ਹਾਂ। ਤੇ ਜੋ ਅਸੀਂ ਇਹ ਕੀਤਾ ਉਪਰਾਲਾ ਸ਼ਹੀਦਾਂ ਦੀ ਯਾਦ ਵਿੱਚ 1947 ਦੇ ਵਿੱਚ ਜੋ ਸ਼ਹੀਦ ਹੋਏ ਸੀ, ਜਿਨ੍ਹਾਂ ਦੇ ਕਰਕੇ ਅਸੀਂ ਉਰੇ ਆਜ਼ਾਦੀ ਦੀ ਸਾਹ ਲਿਆ ਪਾ ਰਹੇ ਹਾਂ, ਅਸੀਂ ਉਹਨਾਂ ਦੇਣਾ ਤਾਂ ਦੇ ਨਹੀਂ ਸਕਦੇ, ਬਟ ਜੋ ਇਹਨਾਂ ਨੇ ਜੋ ਇਸ ਟਾਈਮ ਜੋ ਅਸੀਂ ਕੀਤਾ ਹੈਗਾ ਹਵਨ ਯੱਗ, ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਵੀ ਉਹਨਾਂ ਦੀ ਯਾਦ ਵਿੱਚ ਵੀ ਅਸੀਂ ਉਹਨਾਂ ਅੱਗੇ ਵੀ ਆਉਣ ਵਾਲੇ ਕੰਮਾਂ ਵਿੱਚ, ਟਾਈਮ ਦੇ ਵਿੱਚ ਅਸੀਂ ਦੇਸ਼ ਵਾਸਤੇ, ਸਮਾਜ ਸੇਵਾ ਵਾਸਤੇ ਖੜੇ ਆ। ਸਾਡੀ ਹਿਊਮਨ ਸਰਵਿਸ ਸੁਸਾਇਟੀ ਹਮੇਸ਼ਾ ਖੜੇਗੀ। ਬਿਲਕੁਲ ਅਰਸ਼ਦੀਪ, ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਹਵਨ ਹੈਗਾ ਚੱਲ ਰਿਹਾ ਹੈਗਾ ਸਾਰਾ ਦਿਨ। ਇਹ ਜਿਹੜੀ ਪ੍ਰਾਰਥਨਾ ਹੈਗੀ ਹੈ ਪਟਿਆਲਾ ਦੇ ਪ੍ਰਾਚੀਨ ਸ਼੍ਰੀ ਰਾਧਾ ਕ੍ਰਿਸ਼ਨ ਸ਼੍ਰੀ ਰਾਮ ਮੰਦਿਰ ਦੇ ਵਿੱਚ ਹੋਊਗੀ। ਸਨਾਤਨ ਧਰਮ ਦੇ, ਹਿੰਦੂ ਧਰਮ ਦੇ ਜਿਹੜੇ ਭੈਣ ਭਾਈ ਨੇ, ਜਿੰਨੇ ਸ਼ਰਧਾਲੂ ਨੇ ਇੱਥੇ ਲਗਾਤਾਰ ਆ ਰਹੇ ਨੇ, ਤੇ ਉਹਨਾਂ ਦੇ ਵੱਲੋਂ 1947 ਦੇ ਸਾਰੇ ਧਰਮਾਂ ਦੇ ਲੋਕ ਉਹਨਾਂ ਦੀ ਆਤਮਿਕ ਸ਼ਾਂਤੀ ਦੇ ਲਈ ਪ੍ਰਾਰਥਨਾ ਕੀਤੀ ਜਾ ਰਹੀ ਹੈ। ਤੇ ਇਸ ਜਿਹੜੀ ਸਮਾਜ ਸੇਵੀ ਸੰਸਥਾ ਹੈਗੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਹਰ ਸਾਲ ਆਪਣੇ ਉਹਨਾਂ ਭੈਣ ਭਰਾਵਾਂ ਦੇ ਲਈ ਜਿਹੜੀ ਸ਼ਰਧਾਂਜਲੀ ਸਭਾ ਹੈਗੀ ਹੈ, ਜਿਹੜਾ ਹਵਨ ਹੈਗਾ ਉਹ ਕਰਦੇ ਰਹਾਂਗੇ ਕਿ ਸਾਡਾ ਜਿੰਨਾ ਕੋਈ ਜਿਹੜਾ ਤੁੱਛ ਯੋਗਦਾਨ ਹੈਗਾ ਉਹ ਉਹਨਾਂ ਦੀ ਆਤਮਿਕ ਸ਼ਾਂਤੀ ਦੇ ਲਈ ਹੋਵੇ, ਕਿਉਂਕਿ ਸਾਡੇ ਭੈਣ ਭਰਾ ਨੇ ਜਦੋਂ ਦੇਸ਼ ਦੀ ਵੰਡ ਹੋਈ ਤਾਂ ਉਸ ਵੇਲੇ ਜੋ ਕਤਲੇਆਮ ਹੋਇਆ ਉਸ ਦਾ ਸੰਤਾਪ ਸਾਰੇ ਧਰਮਾਂ ਦੇ ਲੋਕਾਂ ਨੇ ਹੰਢਾਇਆ। ਤੇ ਅੱਜ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਇਸ ਸਮੂਹਿਕ ਅਰਦਾਸ ਦਾ ਸੱਦਾ ਦਿੱਤਾ ਗਿਆ ਤਾਂ ਵੱਖੋ ਵੱਖਰੇ ਧਰਮਾਂ ਦੇ ਲੋਕ ਵੀ ਇਸ ਦਾ ਹਿੱਸਾ ਬਣ ਰਹੇ ਨੇ। ਸ਼ੁਕਰੀਆ ਮਨੋਜ, ਪੂਰੀ ਜਾਣਕਾਰੀ ਦੇ ਲਈ। ਸਾਡੇ ਸਹਿਯੋਗੀ ਸੁਰਿੰਦਰ ਕੰਬੋਜ ਜਲੰਧਰ ਤੋਂ ਜੁੜੇ ਹੋਏ ਸੀ। ਸੁਰਿੰਦਰ, ਤੁਹਾਡਾ ਵੀ ਸ਼ੁਕਰੀਆ। ਤਾਂ ਇਹ ਤਸਵੀਰ ਸੀ, ਵੱਖੋ ਵੱਖਰੇ ਧਰਮਾਂ ਦੇ ਲੋਕ ਜਿਹੜੇ ਨੇ ਉਹ ਵੀ ਅਰਦਾਸ ਕਰ ਰਹੇ ਨੇ। ਸਮੂਹਿਕ ਅਰਦਾਸ ਕੀਤੀ ਜਾ ਰਹੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੇ। ਸਮੂਹਿਕ ਅਰਦਾਸ ਕੀਤੀ ਗਈ। 1947 ਚ ਵੰਡ ਦੇ ਵੇਲੇ ਮਾਰੇ ਗਏ ਲੋਕਾਂ ਨੂੰ ਯਾਦ ਕੀਤਾ ਗਿਆ ਹੈ। ਗੈਰ ਕਾਨੂੰਨੀ ਮਾਈਨਿੰਗ ਤੇ ਪੁਲਿਸ ਦਾ ਐਕਸ਼ਨ ਨਜ਼ਰ ਆਇਆ ਹੈ। ਪਠਾਨਕੋਟ ਦੇ ਸੁਜਾਨਪੁਰ ਦੇ ਵਿੱਚ ਕਾਂਗਰਸੀ ਕਾਉਂਸਲਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਾਉਂਸਲਰ ਅਮਿਤ ਸ਼ਰਮਾ ਮਿੱਤੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਸੁਜਾਨਪੁਰ ਦੇ ਵਿਧਾਇਕ ਨਰੇਸ਼ ਪੁਰੀ ਦਾ ਕਰੀਬੀ ਦੱਸਿਆ ਜਾਂਦਾ ਹੈ। ਕਾਉਂਸਲਰ ਤੇ ਪਹਿਲਾਂ ਵੀ ਨਜਾਇਜ਼ ਮਾਈਨਿੰਗ ਦੇ ਪਰਚੇ ਨੇ ਤਾਂ ਇਹ ਗ੍ਰਿਫਤਾਰੀ ਹੋਈ ਹੈ। ਕਾਉਂਸਲਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਾਂਗਰਸੀ ਕਾਉਂਸਲਰ ਅਮਿਤ ਸ਼ਰਮਾ ਮਿੱਤੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੁਜਾਨਪੁਰ ਦੇ ਵਿਧਾਇਕ ਨਰੇਸ਼ ਪੁਰੀ ਦਾ ਇੱਕ ਕਰੀਬੀ ਹੈ। ਪਹਿਲਾਂ ਵੀ ਇਸ ਦੇ ਉੱਤੇ ਨਜਾਇਜ਼ ਮਾਈਨਿੰਗ ਦੇ ਪਰਚੇ ਨੇ। ਨਜਾਇਜ਼ ਮਾਈਨਿੰਗ ਨੂੰ ਲੈ ਕੇ ਐਕਸ਼ਨ ਨਜ਼ਰ ਆਇਆ। ਪਠਾਨਕੋਟ ਦੇ ਸੁਜਾਨਪੁਰ 'ਚ ਕਾਂਗਰਸੀ ਕਾਉਂਸਲਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੇ ਪਹਿਲਾਂ ਵੀ ਨਜਾਇਜ਼ ਮਾਈਨਿੰਗ ਦੇ ਪਰਚੇ ਨੇ। ਕਾਉਂਸਲਰ ਅਮਿਤ ਸ਼ਰਮਾ ਮਿੱਤੂ ਦੀ ਗ੍ਰਿਫਤਾਰੀ ਹੋਈ ਹੈ। ਸੁਜਾਨਪੁਰ ਦੇ ਵਿਧਾਇਕ ਨਰੇਸ਼ ਪੁਰੀ ਦਾ ਕਰੀਬੀ ਦੱਸਿਆ ਜਾਂਦਾ ਹੈ। ਨਜਾਇਜ਼ ਮਾਈਨਿੰਗ ਦੇ ਮਾਮਲੇ 'ਚ ਕਾਰਵਾਈ ਹੋਈ ਹੈ। ਇਸ ਦੇ ਉੱਤੇ ਪਹਿਲਾਂ ਵੀ ਨਜਾਇਜ਼ ਮਾਈਨਿੰਗ ਦੇ ਪਰਚੇ ਨੇ। ਪਠਾਨਕੋਟ ਦੇ ਸੁਜਾਨਪੁਰ ਦਾ ਮਾਮਲਾ ਹੈ। ਸੁਖਜਿੰਦਰ ਕੁਮਾਰ ਸਾਡੇ ਸਹਿਯੋਗੀ ਪਠਾਨਕੋਟ ਤੋਂ ਜੁੜੇ ਨੇ। ਸੁਖਜਿੰਦਰ, ਕੀ ਕੁਝ ਪੂਰੀ ਜਾਣਕਾਰੀ? ਜੀ ਬਿਲਕੁਲ, ਬੀਤੀ ਦੇਰ ਰਾਤ ਜਿਹੜਾ ਪੁਲਿਸ ਵੱਲੋਂ ਇਸ ਸ਼ਖਸ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਆ ਔਰ ਇਹ ਵਾਰਡ ਨੰਬਰ 10 ਮਮੂਨ ਇਲਾਕੇ ਦਾ ਪਾਰਸ਼ਦ ਵੀ ਹੈ।
ਇਸ ਦਾ ਆਪਣਾ ਮਾਈਨਿੰਗ ਦਾ ਕੰਮ ਸੀਗਾ, ਜਿਸ ਦੇ ਚਲਦੇ ਕਈ ਵਾਰ ਜਿਹੜਾ ਇਹਦੇ ਤੇ ਨਜਾਇਜ਼ ਮਾਈਨਿੰਗ ਦੇ ਜਿਹੜੇ ਉਹ ਪੁਲਿਸ ਵੱਲੋਂ ਮਾਮਲੇ ਦਰਜ ਕੀਤੇ ਗਏ ਸੀਗੇ ਜੀ। ਸੁਜਾਨਪੁਰ ਦੇ ਜਿਹੜੇ ਵਿਧਾਇਕ ਨੇ ਨਰੇਸ਼ ਪੁਰੀ, ਉਹਨਾਂ ਦੇ ਕਰੀਬੀ ਦੱਸੇ ਜਾ ਰਹੇ ਨੇ। ਉਹ ਫਿਲਹਾਲ ਪੁਲਿਸ ਵੱਲੋਂ ਜਿਹੜਾ ਸਾਰਾ ਮਾਮਲਾ ਦਰਜ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਅੱਜ ਜਿਹੜਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਜੀ। ਜੀ ਸ਼ੁਕਰੀਆ ਸੁਖਜਿੰਦਰ ਪੂਰੀ ਜਾਣਕਾਰੀ ਦੇ ਲਈ। ਤਾਂ ਅਦਾਲਤ ਦੇ ਵਿੱਚ ਹੁਣ ਪੇਸ਼ ਕੀਤਾ ਜਾਏਗਾ। ਕਾਉਂਸਲਰ ਅਮਿਤ ਸ਼ਰਮਾ ਮਿੱਤੂ ਦੀ ਗ੍ਰਿਫਤਾਰੀ ਹੋਈ ਹੈ, ਵਿਧਾਇਕ ਦਾ ਕਰੀਬੀ ਦੱਸਿਆ ਜਾਂਦਾ ਹੈ। ਨਜਾਇਜ਼ ਮਾਈਨਿੰਗ ਦੇ ਮਾਮਲੇ ਦੇ ਵਿੱਚ ਕਾਰਵਾਈ ਹੋਈ ਹੈ ਤੇ ਇਸ ਦੇ ਉੱਤੇ ਪਹਿਲਾਂ ਵੀ ਨਜਾਇਜ਼ ਮਾਈਨਿੰਗ ਦੇ ਕਈ ਪਰਚੇ ਨੇ। उधर कैनेडा बैठे गैंगस्टर अर्श डल्ला ने पुलिस ਨੂੰ ਧਮਕੀ ਦਿੱਤੀ है। फेसबुक पोस्ट पाके अपने 4 साथियों की गिरफ्तारी तो बाद धमकी दी है। क्या है कि पुलिस नजायज पर्चे पा रही है। अर्श डल्ला ने एक फेसबुक पोस्ट के जरिए पुलिस ਨੂੰ धमकी दी है। क्या है कि पुलिस नजायज पर्चे पा रही है। ਜਿਹੜੇ ਉਸਦੇ ਸਾਥੀ गिरफ्तार ਹੋਏ ਨੇ ਉਹਨਾਂ ਤੋਂ ਜਿਹੜੀ ਬਰਾਮਦਗੀ ਹੋਈ ਹੈ ਉਸ ਨੂੰ ਲੈ ਕੇ ਵੀ ਲਿਖਿਆ ਹੈ। ਕਿਹਾ ਹੈ ਕਿ ਪੁਲਿਸ ਮੈਨੂੰ ਬਿਨਾਂ ਵਜ੍ਹਾ ਅੱਤਵਾਦੀ ਬਣਾ ਰਹੀ ਹੈ। 3 ਥਾਵਾਂ ਤੇ ਮਿਲੇ ਬੰਬਾਂ ਦੇ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ। ਤੇ ਨਾਲ ਹੀ ਕਿਹਾ ਕਿ ਦਿੱਲੀ ਤੋਂ ਜਿਨ੍ਹਾਂ ਨੂੰ ਫੜਿਆ ਗਿਆ ਹੈ, ਜਿਹੜੇ ਸਾਥੀਆਂ ਨੂੰ ਫੜਿਆ ਹੋਇਆ ਹੈ, ਉਹਨਾਂ ਕੋਲ ਗ੍ਰੇਨੇਡ ਨਹੀਂ ਸੀ। ਪੁਲਿਸ ਨੇ ਗ੍ਰੇਨੇਡ ਦੀ ਨਜਾਇਜ਼ ਬਰਾਮਦਗੀ ਦਿਖਾਈ ਹੈ। 2 ਦਿਨ ਪਹਿਲਾਂ ਪੰਜਾਬ ਪੁਲਿਸ ਨੇ ਦਿੱਲੀ ਤੋਂ ਅਰਸ਼ ਡੱਲਾ ਦੇ ਨਾਲ ਜੁੜੇ 4 ਦਹਿਸ਼ਤਗਰਦਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਦੇ ਕੋਲੋਂ ਪੁਲਿਸ ਨੇ 3 ਗ੍ਰੇਨੇਡ, 2 9mm ਪਿਸਟਲ ਤੇ ਨਾਲ ਕਾਰਤੂਸ ਬਰਾਮਦ ਕੀਤੇ ਸੀ। ਤਾਂ ਇਸੇ ਨੂੰ ਲੈ ਕੇ ਹੁਣ ਅਰਸ਼ ਡੱਲਾ ਨੇ ਪੋਸਟ ਪਾਈ ਹੈ ਤੇ ਕਿਹਾ ਹੈ ਕਿ ਪੁਲਿਸ ਨਜਾਇਜ਼ ਪਰਚੇ ਕਰ ਰਹੀ ਹੈ, ਪੁਲਿਸ ਨੂੰ ਉਸੇ ਦੇ ਸਟਾਈਲ 'ਚ ਹੀ ਜਵਾਬ ਦਵਾਂਗਾ। ਫੇਸਬੁੱਕ ਪੋਸਟ ਪਾਈ ਹੈ। ਫੇਸਬੁੱਕ ਪੋਸਟ ਪਾ ਕੇ ਲਿਖਿਆ ਹੈ, ਮੇਰੇ ਵੀਰ ਦੀਪਕ ਮੋਗਾ ਤੇ ਸਨੀ ਈਸਾਪੁਰ ਤੇ ਮੇਰੇ 2 ਹੋਰ ਵੀਰਾਂ ਨੂੰ ਪੁਲਿਸ ਨੇ ਦਿੱਲੀ ਤੋਂ ਗ੍ਰਿਫਤਾਰ ਕੀਤਾ ਸੀ। ਉਹਨਾਂ ਕੋਲੋਂ 2 9mm ਪਿਸਟਲ ਤੇ 100 ਦੇ ਕਰੀਬ ਕਾਰਤੂਸ ਸੀ, ਪਰ ਕੋਈ ਬੰਬ ਜਾਂ ਗ੍ਰੇਨੇਡ ਨਹੀਂ ਸੀ। ਪੁਲਿਸ ਬੇਕਸੂਰਾਂ ਤੇ ਪਰਚਾ ਪਾਉਣ ਲੱਗਿਆਂ ਬਿਲਕੁਲ ਨਹੀਂ ਸੋਚਦੀ। ਇਹ ਬੇਵਜ੍ਹਾ ਮੈਨੂੰ ਤੇ ਮੇਰੇ ਵੀਰਾਂ ਨੂੰ ਅੱਤਵਾਦੀ ਬਣਾ ਰਹੇ ਨੇ। ਇਹ ਦੱਸਣ ਮੈਂ ਕਿੱਥੇ ਕੋਈ ਧਮਾਕਾ ਕਰਿਆ। ਇਹ ਮੇਰੇ ਨਾਲ 3 ਵਾਰ ਹੋ ਗਿਆ, ਪਹਿਲਾਂ ਫਜ਼ਿਲਕਾ, ਫਿਰ ਗੁਰਦਾਸਪੁਰ ਤੇ ਹੁਣ ਮੋਹਾਲੀ। ਇਹਨਾਂ 3 ਥਾਵਾਂ ਤੇ ਮਿਲੇ ਬੰਬ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ। ਜੇ ਨਹੀਂ ਹਟ ਸਕਦੇ ਤਾਂ ਸਿੱਧਾ ਕੋਈ ਅਫਸਰ ਮੈਨੂੰ ਫੋਨ ਕਰਕੇ ਕਹਿ ਦੇਵੇ ਕਿ ਅਸੀਂ ਨਜਾਇਜ਼ ਕਰਨੋਂ ਨਹੀਂ ਹਟਣਾ, ਫਿਰ ਮੈਂ ਵੀ ਉਸੇ ਸਟਾਈਲ 'ਚ ਜਵਾਬ ਦੇਵਾਂ। ਇਹ ਪੋਸਟ ਪਾਈ ਹੈ। ਇਹ ਪੋਸਟ ਅਰਸ਼ ਡੱਲਾ ਨੇ ਪਾਈ ਹੈ। ਅਸੀਂ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦੇ, ਲੇਕਿਨ ਇਹ ਪੋਸਟ ਪਾਈ ਗਈ ਹੈ। ਇਹ 4 ਲੋਕਾਂ ਦੀ ਗ੍ਰਿਫਤਾਰੀ ਹੋਈ ਹੈ। ਅਰਸ਼ ਡੱਲਾ ਦੇ 4 ਸਾਥੀਆਂ ਦੀ ਗ੍ਰਿਫਤਾਰੀ ਹੋਈ ਹੈ, ਜਿਸ ਤੋਂ ਬਾਅਦ ਇਹ ਪੋਸਟ ਪਾਈ ਗਈ ਹੈ। ਗੈਂਗਸਟਰ ਅਰਸ਼ ਡੱਲਾ ਨੇ ਇਹ ਫੇਸਬੁੱਕ ਪੋਸਟ ਪਾਈ ਹੈ ਤੇ ਕਿਹਾ ਹੈ ਕਿ ਜਿਹੜੇ ਉਸਦੇ 4 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਹਨਾਂ ਕੋਲੋਂ ਗ੍ਰੇਨੇਡ ਬਰਾਮਦ ਨਹੀਂ ਹੋਏ। ਪੁਲਿਸ ਨੇ ਨਜਾਇਜ਼ ਬਰਾਮਦਗੀ ਦਿਖਾਈ ਹੈ। ਪੁਲਿਸ ਨੇ 2 ਦਿਨ ਪਹਿਲਾਂ ਇਹਨਾਂ ਨੂੰ 4 ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਸੀ। ਇਹਨਾਂ ਦੇ ਕੋਲੋਂ 3 ਗ੍ਰੇਨੇਡ, 2 9mm ਪਿਸਟਲ ਤੇ ਕਾਰਤੂਸ ਬਰਾਮਦ ਕੀਤੇ ਗਏ ਸੀ। ਤੇ ਅਰਸ਼ ਡੱਲਾ ਨੇ ਪੋਸਟ ਪਾ ਕੇ ਲਿਖਿਆ ਹੈ ਕਿ ਇਹਨਾਂ ਕੋਲੋਂ ਕੋਈ ਗ੍ਰੇਨੇਡ ਬਰਾਮਦ ਨਹੀਂ ਹੋਏ, ਇਹਨਾਂ ਕੋਲ ਕੋਈ ਗ੍ਰੇਨੇਡ ਨਹੀਂ ਸੀ। ਪੁਲਿਸ ਨੇ ਨਜਾਇਜ਼ ਬਰਾਮਦਗੀ ਦਿਖਾਈ ਹੈ। ਜੇ ਪੁਲਿਸ ਨਹੀਂ ਹਟਦੀ, ਜੇ ਪੁਲਿਸ ਨੇ ਨਜਾਇਜ਼ ਪਰਚੇ ਕਰਨੇ ਨੇ, ਤਾਂ ਫਿਰ ਮੈਂ ਪੁਲਿਸ ਦੇ ਹੀ ਸਟਾਈਲ 'ਚ ਜਵਾਬ ਦੇਵਾਂਗਾ। ਉਧਰ ਬਠਿੰਡਾ ਦੀ ਕੇਂਦਰੀ ਜੇਲ੍ਹ ਫਿਰ ਸਵਾਲਾਂ ਦੇ ਘੇਰੇ 'ਚ ਹੈ। ਇੱਕ ਹਵਾਲਾਤੀ ਨੇ ਦੂਸਰੇ ਦੇ ਨਾਲ ਕੁੱਟਮਾਰ ਕੀਤੀ ਹੈ। ਥਾਣਾ ਕੈਂਟ ਦੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ। ਕੁਝ ਦਿਨ ਪਹਿਲਾਂ ਵੀ ਕੁੱਟਮਾਰ ਦਾ ਮਾਮਲਾ ਇਸੇ ਜੇਲ੍ਹ 'ਚ ਸਾਹਮਣੇ ਆਇਆ ਸੀ। ਬਠਿੰਡਾ ਦੀ ਕੇਂਦਰੀ ਜੇਲ੍ਹ 'ਚ ਇੱਕ ਵਾਰ ਫਿਰ ਤੋਂ ਕੈਦੀ ਆਪਸ ਦੇ ਵਿੱਚ ਭਿੜੇ ਨੇ, ਕੁੱਟਮਾਰ ਕੀਤੀ ਹੈ। ਇੱਕ ਨੇ ਦੂਸਰੇ ਦੇ ਨਾਲ ਕੁੱਟਮਾਰ ਕੀਤੀ ਹੈ ਤੇ ਥਾਣਾ ਕੈਂਟ ਦੇ ਵਿੱਚ ਇਸ ਨੂੰ ਲੈ ਕੇ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ। ਕੁਝ ਦਿਨ ਪਹਿਲਾਂ ਵੀ ਇਸੇ ਜੇਲ੍ਹ ਦੇ ਵਿੱਚ ਇੱਕ ਹਵਾਲਾਤੀ ਨੂੰ, ਇੱਕ ਕੈਦੀ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ ਤੇ ਹੁਣ ਫਿਰ ਤੋਂ ਇੱਥੇ ਇੱਕ ਘਟਨਾ ਵਾਪਰੀ ਹੈ। ਕੈਦੀ ਆਪਸ ਦੇ ਵਿੱਚ ਭਿੜੇ ਨੇ। ਬਠਿੰਡਾ ਦੀ ਕੇਂਦਰੀ ਜੇਲ੍ਹ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਹੈ। सूरज पान साडे सहयोगी जुड़ गए ने। सूरज की कुछ पूरा मामला, कुछ दिन पहला भी एक कैदी दे नाल कुटमार हुई सी ते हुण फिर तो उसे तरीके दी घटना सामने आई है। देखो बठिंडा की केंद्री जेल हर दिन सवालों के विच रहिंदी है। कदे गैंगस्टर इत्थों ऑनलाइन हुंदे ने ते कदे धमकियां दित्तियां जांदियां ने। ताजे मामले की गल की जाए तो हवालातियां दे विच कुटमार हुई है। एक हवालाती ने दूजे की कुटमार की। हालांकि ज्यादा सट्टा उसदे नहीं आईयां ने। जेरे इलाज उसनूं जेल के हॉस्पिटल दे विच ही रखा गया है। पर किते ना किते जाके सवाल बहुत सारे खड़े हो रहे हैं कि क्यों हर तीजे दिन जेल दे विच इस तरह के विवाद होंदे ने ते जेल की सुरक्षा नूं लैके सवाल खड़े होने लाजमी ने। जी बिल्कुल शुक्रिया सूरज पूरी जानकारी दे लई। तां सवाल जरूर सुरक्षा नूं लैके खड़े हुंदे ने। काफ़ी हाई सिक्योरिटी ये जेल है जिथे पिछले कुछ दिनों दे विच दूसरी बार है कि कैदी आपस भिड़े ने, कुटमार हुई है। कुछ दिन पहला भी एक हवालाती दे नाल कुटमार हुई सी ते हुण फिर तो कैदी आपस दे विच भिड़े ने, एक ने दूसरे दी कुटमार कीती है।
ਉਧਰ ਲੰਪੀ ਸਕਿਨ ਬਿਮਾਰੀ ਨੂੰ ਲੈ ਕੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਚਿੰਤਾ ਜਤਾਈ ਹੈ ਤੇ ਪਸ਼ੂ ਪਾਲਕਾਂ ਦੇ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਪੰਜਾਬ ਸਰਕਾਰ ਤੋਂ ਪ੍ਰਤੀ ਮਵੇਸ਼ੀ 50,000 ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਹਰਸਿਮਰਤ ਕੌਰ ਬਾਦਲ ਨੇ ਕੇਂਦਰ ਤੋਂ ਵੀ ਮਦਦ ਮੰਗੀ ਹੈ। ਹਰਸਿਮਰਤ ਕੌਰ ਬਾਦਲ ਨੇ ਪਸ਼ੂ ਪਾਲਕਾਂ ਦੇ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਪੰਜਾਬ ਸਰਕਾਰ ਤੋਂ ਵੀ ਮੁਆਵਜ਼ਾ ਮੰਗਿਆ ਹੈ ਤੇ ਨਾਲ ਹੀ ਕੇਂਦਰ ਸਰਕਾਰ ਤੋਂ ਵੀ ਮਦਦ ਮੰਗੀ ਹੈ। ਟੀਕਾਕਰਨ ਦੇ ਲਈ ਕੇਂਦਰੀ ਟੀਮਾਂ ਭੇਜਣ ਦੀ ਮੰਗ ਕੀਤੀ ਹੈ ਹਰਸਿਮਰਤ ਕੌਰ ਬਾਦਲ ਨੇ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵੀਟ ਕੀਤਾ ਹੈ। ਟਵੀਟ ਕਰਕੇ ਉਹਨਾਂ ਨੇ ਲਿਖਿਆ ਹੈ ਕਿ ਪੰਜਾਬ 'ਚ ਲੰਪੀ ਸਕਿਨ ਵਾਇਰਸ ਦੇ ਵੱਧਦੇ ਕਹਿਰ ਨੂੰ ਦੇਖਦਿਆਂ ਪਸ਼ੂਆਂ ਨੂੰ ਇਹ ਜਿਹੜਾ ਲੰਪੀ ਸਕਿਨ ਵਾਇਰਸ ਹੈ ਉਹ ਪੰਜਾਬ ਦੇ ਵਿੱਚ ਪਸ਼ੂਆਂ ਨੂੰ ਖਤਮ ਕਰ ਰਿਹਾ ਹੈ। ਸੈਂਕੜੇ ਗਊਆਂ ਦੀ ਮੌਤ ਹੋ ਚੁੱਕੀ ਹੈ ਅਤੇ ਹਜ਼ਾਰਾਂ ਇਸ ਬਿਮਾਰੀ ਦੇ ਨਾਲ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਨੇ, ਜਿਸ ਨਾਲ ਕਿਸਾਨਾਂ ਅਤੇ ਡੇਅਰੀ ਮਾਲਕਾਂ ਨੂੰ ਬਹੁਤ ਆਰਥਿਕ ਨੁਕਸਾਨ ਹੋ ਰਿਹਾ ਹੈ। ਬਦਕਿਸਮਤੀ ਦੇ ਨਾਲ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋੜੀਂਦੇ ਇੰਤਜ਼ਾਮ ਕਰਨ ਵਿੱਚ ਨਾਕਾਮ ਰਹੀ ਹੈ। ਕੇਂਦਰੀ ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਪਰਸ਼ੋਤਮ ਰੁਪਾਲਾ ਤੋਂ ਅਪੀਲ ਹੈ ਕਿ ਪਸ਼ੂਆਂ ਦੀ ਨਿਗਰਾਨੀ ਅਤੇ ਟੀਕਾਕਰਨ ਲਈ ਕੇਂਦਰੀ ਟੀਮਾਂ ਭੇਜੀਆਂ ਜਾਣ। ਇਸ ਤੋਂ ਇਲਾਵਾ ਸੀਐਮ ਭਗਵੰਤ ਮਾਨ ਪਸ਼ੂ ਪਾਲਕਾਂ ਤੇ ਪਏ ਬੋਝ ਨੂੰ ਘਟਾਉਣ ਅਤੇ ਘੱਟੋ-ਘੱਟ 50,000 ਰੁਪਏ ਪ੍ਰਤੀ ਪਸ਼ੂ ਮੁਆਵਜ਼ਾ ਜਾਰੀ ਕਰਨ। ਤਾਂ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਇਹ ਮਦਦ ਮੰਗੀ ਗਈ ਹੈ। ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਉਹਨਾਂ ਨੇ ਮੰਗ ਕੀਤੀ ਹੈ ਪਸ਼ੂ ਪਾਲਕਾਂ ਦੇ ਲਈ ਤੇ ਕੇਂਦਰ ਤੋਂ ਇਸ ਦੇ ਲਈ ਜੋ ਵੈਕਸੀਨੇਸ਼ਨ ਹੈ ਜਾਂ ਹੋਰ ਜਿਹੜੀ ਮਦਦ ਹੋ ਸਕਦੀ ਹੈ, ਟੀਕਾਕਰਨ ਸੰਬੰਧੀ ਮਦਦ ਹੋ ਸਕਦੀ ਹੈ, ਉਸ ਦੇ ਲਈ ਕੇਂਦਰੀ ਟੀਮਾਂ ਭੇਜਣ ਦੀ ਗੱਲ ਕਹੀ ਹੈ, ਅਪੀਲ ਕੀਤੀ ਹੈ। ਮੁਫਤ ਸਹੂਲਤਾਂ ਨੂੰ ਲੈ ਕੇ ਸਿਆਸੀ ਸੰਗਰਾਮ ਲਗਾਤਾਰ ਜਾਰੀ ਹੈ। ਸੀਐਮ ਭਗਵੰਤ ਮਾਨ ਨੇ ਇਸ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਤਿੱਖਾ ਹਮਲਾ ਬੋਲਿਆ ਹੈ। ਕਿਹਾ ਹੈ ਕਿ ਅਸੀਂ ਲੋਕਾਂ ਤੋਂ ਲਏ ਟੈਕਸ ਦੇ ਪੈਸੇ ਤੋਂ ਹੀ ਇਹ ਸਹੂਲਤਾਂ ਦੇ ਰਹੇ ਹਾਂ। ਤਿੱਖਾ ਹਮਲਾ ਬੋਲਿਆ ਹੈ ਸੀਐਮ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਦੇ ਉੱਤੇ ਤੇ ਕਿਹਾ ਹੈ ਕਿ ਅਸੀਂ ਲੋਕਾਂ ਦੇ ਪੈਸੇ ਤੋਂ ਹੀ, ਲੋਕ ਜਿਹੜਾ ਟੈਕਸ ਭਰਦੇ ਨੇ ਉਸ ਪੈਸੇ ਤੋਂ ਹੀ ਸਹੂਲਤਾਂ ਦੇ ਰਹੇ ਹਾਂ। ਤੁਹਾਡੇ 15-15 ਲੱਖ ਕਿੱਥੇ ਗਏ? ਸੀਐਮ ਮਾਨ ਨੇ ਸਵਾਲ ਕੀਤਾ ਹੈ ਤੇ ਨਾਲ ਹੀ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣੇ ਦੋਸਤਾਂ ਨੂੰ ਕਰੋੜਾਂ ਦਾ ਕਰਜ਼ਾ ਮਾਫ ਕਰ ਦਿੱਤਾ ਹੈ। ਤਿੱਖਾ ਹਮਲਾ ਬੋਲਿਆ ਹੈ ਮੁਫਤ ਸਹੂਲਤਾਂ ਨੂੰ ਲੈ ਕੇ। ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਪ੍ਰਧਾਨ ਮੰਤਰੀ ਦੇ ਮੁਫਤ ਰਿਓੜੀਆਂ ਨੂੰ ਲੈ ਕੇ ਬਿਆਨ ਆਏ ਨੇ ਤੇ ਕਿਹਾ ਹੈ ਕਿ ਮੁਫਤ ਰਿਓੜੀਆਂ ਦੇਸ਼ ਨੂੰ ਕਮਜ਼ੋਰ ਕਰ ਦੇਣਗੀਆਂ, ਦੇਸ਼ ਹਿੱਤ ਦੇ ਵਿੱਚ ਮੁਫਤ ਰਿਓੜੀਆਂ ਨਹੀਂ ਨੇ। ਤਾਂ ਹੁਣ ਉਸ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਤਿੱਖਾ ਹਮਲਾ ਬੋਲਿਆ ਪ੍ਰਧਾਨ ਮੰਤਰੀ ਨੇ ਤੇ ਕਿਹਾ ਹੈ ਕਿ ਅਸੀਂ ਲੋਕਾਂ ਤੋਂ ਲਏ ਟੈਕਸ ਚੋਂ, ਲੋਕਾਂ ਦੇ ਹੀ ਪੈਸੇ ਤੋਂ ਉਹਨਾਂ ਨੂੰ ਸਹੂਲਤਾਂ ਦੇ ਰਹੇ ਹਾਂ। ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਫ੍ਰੀ ਦੀਆਂ ਰਿਓੜੀਆਂ ਵੰਡੀ ਜਾਂਦੇ ਆ ਵੋਟਾਂ ਵਾਸਤੇ। ਤਾਂ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਅਸੀਂ ਤਾਂ ਲੋਕਾਂ ਦੇ ਟੈਕਸ ਚੋਂ ਲੋਕਾਂ ਨੂੰ ਸਹੂਲਤਾਂ ਦੇ ਰਹੇ ਹਾਂ, ਤੁਸੀਂ ਉਹਨੂੰ ਫ੍ਰੀ ਦੀਆਂ ਰਿਓੜੀਆਂ ਕਹਿੰਦੇ ਹੋ। ਜਿਹੜਾ ਤੁਸੀਂ ਹਰੇਕ ਬੰਦੇ ਦੇ ਖਾਤੇ 'ਚ 15-15 ਲੱਖ ਵਾਲੇ ਪਾਪੜ ਵੰਡੇ ਸੀ, ਉਹ ਕਿੱਧਰ ਗਏ ਫਿਰ? ਜਿਹੜਾ ਤੁਸੀਂ ਆਪਣੇ ਦੋਸਤਾਂ ਨੂੰ 10-10 ਲੱਖ 10 ਲੱਖ ਕਰੋੜ ਦੇ ਕਰਜ਼ੇ ਮਾਫ ਕਰੀ ਜਾਂਦੇ ਹੋ, ਉਹ ਕੀ ਨੇ ਫਿਰ? ਬੈਂਕਾਂ ਜਿਹੜੀਆਂ ਨੇ ਉਹਨਾਂ ਨੂੰ ਲੁੱਟ ਕੇ ਭੱਜ ਗਏ ਜਿਹੜੇ, ਉਹ ਕੌਣ ਨੇ ਫਿਰ? ਸੋ ਜੇ ਲੋਕਾਂ ਦਾ ਟੈਕਸ ਦਾ ਪੈਸਾ ਸਰਕਾਰ ਕੋਈ ਬਚਾਉਂਦੀ ਹੈ, ਲੀਕੇਜ ਬੰਦ ਕਰਦੀ ਹੈ, ਭ੍ਰਿਸ਼ਟਾਚਾਰ ਬੰਦ ਕਰਦੀ ਹੈ, ਮਾਫੀਆ ਰਾਜ ਖਤਮ ਕਰਦੀ ਹੈ, ਸਰਕਾਰ ਕੋਲ ਪੈਸਾ ਆਉਂਦਾ ਹੈ, ਅਸੀਂ ਉਹ ਪੈਸਾ ਲੋਕਾਂ ਤੇ ਲਾਵਾਂਗੇ ਕਿਉਂਕਿ ਉਹ ਪੈਸਾ ਲੋਕਾਂ। ਦਰਅਸਲ ਪਿਛਲੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਫਤ ਸਕੀਮਾਂ ਤੇ ਸਵਾਲ ਚੁੱਕੇ ਸਨ ਅਤੇ ਕਿਹਾ ਸੀ ਕਿ ਰਿਓੜੀ ਕਲਚਰ ਦੇਸ਼ ਦੇ ਹਿੱਤ 'ਚ ਨਹੀਂ ਹੈ, ਜਿਸ ਤੇ ਅਰਵਿੰਦ ਕੇਜਰੀਵਾਲ ਵੀ ਹਮਲਾ ਬੋਲ ਚੁੱਕੇ ਨੇ ਤੇ ਹੁਣ ਸੀਐਮ ਭਗਵੰਤ ਮਾਨ ਨੇ ਤਿੱਖਾ ਵਾਰ ਕੀਤਾ ਹੈ। अगर राजनीति में ही स्वार्थ होगा तो कोई भी आकर पेट्रोल डीजल भी मुफ्त देने की घोषणा कर सकता है। ऐसे कदम हमारे बच्चों से उनका हक छीनेंगे, देश को आत्मनिर्भर बनने से रोकेंगे। ऐसी स्वार्थ भरी नीतियों से देश के ईमानदार टैक्स पेयर का बोझ भी बढ़ता ही जाए। ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਫ੍ਰੀ ਦੀਆਂ ਰਿਓੜੀਆਂ ਵੰਡੀ ਜਾਂਦੇ ਆ ਵੋਟਾਂ ਵਾਸਤੇ। ਤਾਂ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਅਸੀਂ ਤਾਂ ਲੋਕਾਂ ਦੇ ਟੈਕਸ ਚੋਂ ਲੋਕਾਂ ਨੂੰ ਸਹੂਲਤਾਂ ਦੇ ਰਹੇ ਹਾਂ, ਤੁਸੀਂ ਉਹਨੂੰ ਫ੍ਰੀ ਦੀਆਂ ਰਿਓੜੀਆਂ ਕਹਿੰਦੇ ਹੋ। ਜਿਹੜਾ ਤੁਸੀਂ ਹਰੇਕ ਬੰਦੇ ਦੇ ਖਾਤੇ 'ਚ 15-15 ਲੱਖ ਵਾਲੇ ਪਾਪੜ ਵੰਡੇ ਸੀ, ਉਹ ਕਿੱਧਰ ਗਏ ਫਿਰ?
ਉਧਰ ਸਮਾਣਾ ਦੇ ਪਾਤੜਾਂ 'ਚ ਇੱਕ ਨੌਜਵਾਨ ਦਾ ਸ਼ਰੇਆਮ ਛੁਰਾ ਮਾਰ ਕੇ ਕਤਲ ਕਰ ਦਿੱਤਾ ਗਿਆ। ਸਰਪੰਚੀ ਦੀਆਂ ਚੋਣਾਂ ਨੂੰ ਲੈ ਕੇ ਦੋ ਧਿਰਾਂ ਦੇ ਵਿਚਾਲੇ ਰੰਜਿਸ਼ ਸੀ। ਝੜਪ ਦੇ ਦੌਰਾਨ ਦੂਜੀ ਧਿਰ ਦਾ ਵੀ ਇੱਕ ਸ਼ਖਸ ਗੰਭੀਰ ਜ਼ਖਮੀ ਹੋਇਆ ਹੈ। ਇਸ ਮਾਮਲੇ 'ਚ ਪੁਲਿਸ ਨੇ 6 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ। ਪਾਤੜਾਂ ਦੇ ਵਿੱਚ ਇੱਕ ਨੌਜਵਾਨ ਦਾ ਛੁਰਾ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਸ਼ਰੇਆਮ ਕਤਲ ਕੀਤਾ ਗਿਆ ਹੈ। ਸਰਪੰਚੀ ਦੀਆਂ ਚੋਣਾਂ ਨੂੰ ਲੈ ਕੇ ਰੰਜਿਸ਼ ਚੱਲਦੀ ਸੀ। ਇਸ ਮਾਮਲੇ 'ਚ ਪੁਲਿਸ ਨੇ 6 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਕੁਝ ਸਾਲ ਪਹਿਲਾਂ ਸਰਪੰਚੀ ਦੀਆਂ ਚੋਣਾਂ ਨੂੰ ਲੈ ਕੇ ਵਿਵਾਦ ਹੋਇਆ ਸੀ। ਰੰਜਿਸ਼ ਲਗਾਤਾਰ ਚੱਲ ਰਹੀ ਸੀ ਤੇ ਇਸੇ ਮਾਮਲੇ ਦੇ ਵਿੱਚ ਇੱਕ ਨੌਜਵਾਨ ਦਾ ਛੁਰਾ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਨੇ 6 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ है। लेंटर पान लग रहे थे अंदर मकान का अंदर वो 3 बंदे आए हैं जिन्हें प्लान बना रखा था पूरा तगड़ा। सरपंचनी है, सरपंच है, जो लड़का का बाप है डोगर। अच्छा जी, वो 3 बंदे आए हैं। 3 बंदे ने फगड़ का बा क्या मारा थोड़े भतीजे के किरच है जी, चाकू है बड़ा तगड़ा, एडा बड़ा चाकू है। अच्छा हाँ जी। ਘਟਨਾ ਤੇ ਹੈ ਜੀ ਅੱਜ ਇਹਨਾਂ ਦਾ ਝਗੜਾ ਹੋਇਆ ਜੀ ਉੱਥੇ। ਰਾਜਾ ਰਾਮ ਪੁੱਤਰ ਕੌਲਾ ਰਾਮ ਸੀਗਾ ਜੀ, ਆਪਣਾ ਗਲੀ ਦੇ ਵਿੱਚ ਕੰਮ ਕਰ ਰਹੇ ਸੀ। ਇਹਨਾਂ ਦੇ ਪਿੰਡ ਦੇ ਸੀਗੇ 4 ਬੰਦੇ, ਇਹਨਾਂ ਦੇ 6 ਬੰਦੇ ਨਾਲ ਖਾਏ ਨੇ ਤੇ ਉਹਨਾਂ ਨੇ ਸੱਟਾਂ ਮਾਰੀਆਂ, ਕਿਰਚਾਂ ਮਾਰੀਆਂ। ਬੰਦੇ ਦੀ ਰਸਤੇ ਵਿੱਚ ਹੀ ਮੌਕੇ ਤੇ ਮੌਤ ਹੋ ਗਈ। मौत हुई उसे की नाम है? ਉਧਰ ਗੁਰਦਾਸਪੁਰ ਦੇ ਵਿੱਚ ਇੱਕ ਪ੍ਰਵਾਸੀ ਮਹਿਲਾ ਨੇ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪਤੀ ਦੀ ਕੁੱਟਮਾਰ ਤੋਂ ਤੰਗ ਆ ਕੇ ਕਦਮ ਚੁੱਕਿਆ ਹੈ। ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋਈ ਹੈ। ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੀ ਇਹ ਘਟਨਾ ਹੈ ਜਿੱਥੇ ਇੱਕ ਪ੍ਰਵਾਸੀ ਮਹਿਲਾ ਨੇ ਨਹਿਰ ਦੇ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਇਸ ਮਹਿਲਾ ਦੀ ਭੈਣ ਦਾ ਇਲਜ਼ਾਮ ਹੈ ਕਿ ਮਹਿਲਾ ਨੇ ਸ਼ਿਕਾਇਤ ਵੀ ਕੀਤੀ ਸੀ ਪੁਲਿਸ ਦੇ ਕੋਲ। ਇਸ ਕੁੱਟਮਾਰ ਨੂੰ ਲੈ ਕੇ ਪਤੀ ਲਗਾਤਾਰ ਕੁੱਟਮਾਰ ਕਰਦਾ ਸੀ। ਇਸ ਨੂੰ ਲੈ ਕੇ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਲੇਕਿਨ ਕੋਈ ਕਾਰਵਾਈ ਨਹੀਂ ਹੋਈ ਤੇ ਇਸ ਤੋਂ ਹੋਰ ਭੜਕ ਗਏ। ਪਤੀ ਨੇ ਫਿਰ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਉਸਨੇ ਖੌਫਨਾਕ ਕਦਮ ਚੁੱਕਿਆ ਹੈ। ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੀਆਂ ਤਸਵੀਰਾਂ ਨੇ, ਸੀਸੀਟੀਵੀ 'ਚ ਤਸਵੀਰਾਂ ਕੈਦ ਹੋਈਆਂ ਨੇ। ਮਹਿਲਾ ਨੇ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। उसका सास ससुर ने बहुत देवर दुबर से बहुत मारता था, बहुत मारता था, बहुत मारता था उसको, बहुत मारता था। बहुत मार मार के ना उसको अथी बना दिया, मरू बना दिया। जब हम लोग के पास आया तो हम लोग को थाने में जैसे रिपोर्ट दिए तो पुलिस वाला ने कार से नीचे नहीं आया। 100 नंबर में फ़ोन करे थे ना, पुलिस वाला आया मगर कार से नहीं उतरा। उस टाइम कार से उतर के भाई कर देना था फैसला, कुछ कर देना था उसको, चाहे मार के लेके चल भी जाना था तो मेरा बहन का जान बच जाना था। ਅਨੰਦਪੁਰ ਸਾਹਿਬ ਦੇ ਵਿੱਚ ਤਿਰੰਗਾ ਲਹਿਰਾਉਣ ਦੀ ਰਸਮ ਤੋਂ ਤੁਰੰਤ ਬਾਅਦ ਸਕਾਊਟ ਇੰਚਾਰਜ ਨੂੰ ਦਿਲ ਦਾ ਦੌਰਾ ਪੈ ਗਿਆ। ਮਾਸਟਰ ਹਰਜੀਤ ਸਿੰਘ ਅਚਿੰਤ ਅਚਾਨਕ ਜ਼ਮੀਨ ਤੇ ਡਿੱਗ ਗਏ। ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਲੇਕਿਨ ਹਸਪਤਾਲ ਲਿਜਾਣ ਤੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਅਨੰਦਪੁਰ ਸਾਹਿਬ ਦੇ ਵਿੱਚ ਸਕਾਊਟ ਇੰਚਾਰਜ ਸਨ ਮਾਸਟਰ ਹਰਜੀਤ ਸਿੰਘ ਅਚਿੰਤ, ਜਿਹੜੇ ਹਰ ਗਣਤੰਤਰਤਾ ਦਿਵਸ ਤੇ ਸੁਤੰਤਰਤਾ ਦਿਵਸ ਤੇ ਤਿਰੰਗੇ ਦੀ ਜ਼ਿੰਮੇਵਾਰੀ ਇਹਨਾਂ ਦੇ ਕੋਲ ਹੁੰਦੀ ਸੀ ਤੇ ਤਿਰੰਗਾ ਲਹਿਰਾਉਣ ਦੀ ਰਸਮ ਤੋਂ ਬਾਅਦ ਇਹ ਅਚਾਨਕ ਡਿੱਗ ਪਏ, ਦਿਲ ਦਾ ਦੌਰਾ ਪਿਆ। ਇਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਲੇਕਿਨ ਹਸਪਤਾਲ ਲਿਜਾਣ ਤੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪਰ ਸਮਾਜ ਸੇਵਾ ਦੇ ਤੌਰ ਤੇ, ਲੋਕ ਸੇਵਾ ਦੇ ਤੌਰ ਤੇ, ਭਾਈਚਾਰਕ ਤੌਰ ਤੇ ਉਹਨਾਂ ਦੀ ਆਪਣੀ ਇੱਕ ਨਿਵੇਕਲੀ ਪਹਿਚਾਣ ਸੀ। ਮਾਸਟਰ ਹਰਜੀਤ ਸਿੰਘ ਅਚਿੰਤ ਜੋ ਅੱਜ ਸਦਾ ਲਈ ਸਾਡੇ ਕੋਲ ਚਲੇ ਗਏ, ਉਹਨਾਂ ਦੇ ਜਾਣ ਦਾ ਘਾਟਾ ਕੇਵਲ ਸ਼੍ਰੋਮਣੀ ਅਕਾਲੀ ਦਲ ਜਾਂ ਕੇਵਲ ਪੰਥਕ ਸਭਾ ਅੰਦਰ ਹੀ ਨਹੀਂ, ਬਲਕਿ ਮੈਂ ਦੇਖ ਰਿਹਾ ਕਿ ਸਮੁੱਚੇ ਇਲਾਕੇ ਦੇ ਵਿੱਚ ਔਰ ਸ਼ਹਿਰ ਦੇ ਵਿੱਚ ਉਹਨਾਂ ਦੇ ਜਾਣ ਦਾ ਘਾਟਾ ਮਹਿਸੂਸ ਹੋ ਰਿਹਾ। ਉਹਨਾਂ ਨੇ ਜਿਸ ਤਰ੍ਹਾਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ, ਧੜੇਬੰਦੀ ਤੋਂ ਉੱਪਰ ਉੱਠ ਕੇ ਇੱਕ ਮਨੁੱਖੀ ਭਾਈਚਾਰੇ ਦੇ ਤੌਰ ਤੇ, ਮਾਨਵੀ ਕਦਰਾਂ ਕੀਮਤਾਂ ਦੇ ਤੌਰ ਤੇ ਆਪਣਾ